ਧਾਮੀ ਸਾਹਿਬ ਆਪਣੇ ਬੰਦਿਆਂ ਤੋਂ ਕਿੰਨਾ ਹੋਰ ਝੂਠ ਬੁਲਵਾਓਗੇ, ਕਿੰਨਾ ਸੰਗਤ ਦੀਆਂ ਅੱਖਾਂ 'ਚ ਘੱਟਾ ਪਾਓਗੇ। ਆ ਜਾਓ ਅੱਜ ਸੰਗਤ ਜੀ ਕੁਝ ਹੋਰ ਨਵੇਂ ਖੁਲਾਸੇ ਕਰਦੇ ਆ ਕਿ ਕਰੋੜਾਂ ਦੇ ਘਪਲੇ ਇਹਨਾਂ ਨੇ ਕਿਹੜੇ ਕਿਹੜੇ ਤਰੀਕੇ ਤੇ ਕਿੱਥੇ ਕਿੱਥੇ ਕੀਤੇ ਨੇ। ਸੋ ਸਭ ਤੋਂ ਪਹਿਲਾਂ ਤਾਂ ਮਤਲਬ ਤੁਸੀਂ ਕਹਿੰਦੇ ਹੋ ਨਾ ਕਿ ਬਹੁਤ ਕੁਛ ਤੁਹਾਡੇ ਕੋਲ ਹੁੰਦਾ ਆ। ਖੈਰ ਪਹਿਲਾਂ ਫਤਿਹ ਬੁਲਾ ਦਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਸੰਗਤ ਜੀ, SGPC ਆਪਣੇ ਨੂੰ ਬੜਾ ਸਾਫ ਸੁਥਰਾ, ਮਤਲਬ SGPC ਤਾਂ ਬਹੁਤ ਮਤਲਬ ਸਾਡੀ ਸਰਮੋਰ ਸੰਸਥਾ ਹੈ, ਸਾਫ ਸੁਥਰੀ ਹੈ ਸੰਸਥਾ, ਸਿਰਫ ਸੰਸਥਾ। ਕਰਿੰਦੇ ਜਿੰਨਾ ਗੰਦ ਉੱਚ ਅਧਿਕਾਰੀਆਂ ਨੇ ਪਾਇਆ ਆ ਕਹਿ ਹੀ ਨਹੀਂ ਸਕਦੇ। ਉਹ ਮਤਲਬ ਜਦੋਂ ਅਸੀਂ ਕਹਿੰਦੇ ਹਾਂ 80-90 ਦੇ ਦਹਾਕੇ ਦੇ ਵਿੱਚ 10% ਕਰਪਟ ਹੋਣਗੇ ਅਤੇ 90% ਚੰਗੇ ਹੋਣਗੇ, ਅਤੇ ਅੱਜ ਪੁੱਠਾ ਹੋ ਗਿਆ ਆ। ਸੋ ਮੈਂ ਸਭ ਤੋਂ ਪਹਿਲਾਂ ਤਾਂ ਕਹਿੰਦਾ ਵੀ ਇਹ ਜਿਹੜੇ ਬਹੁਤ ਦਲੀਲਾਂ ਦਿੰਦੇ ਨੇ ਨਾ, ਇੱਕ ਇਹਨਾਂ ਦਾ ਇਹ ਬੰਦਾ ਹੈਗਾ ਜੀ ਮਹਿੰਦਰ ਸਿੰਘ ਚੌਹਾਨ ਕੇ, ਠੀਕ ਹੈ, ਸਾਬਕਾ ਮੈਨੇਜਰ ਗੁਰਦੁਆਰਾ ਹੇਰਾ ਸਾਹਿਬ ਲੁਧਿਆਣਾ ਵਿਖੇ ਕੀਤੇ ਘਪਲਿਆਂ ਸੰਬੰਧੀ ਫਲਾਈਂਗ ਵਿਭਾਗ ਨੇ ਜਾਂਚ ਕੀਤੀ ਸੀ ਜੀ, ਠੀਕ ਹੈ। 7-8 ਵਾਰ ਤਾਂ ਮੇਰੇ ਹਿਸਾਬ ਦੇ ਨਾਲ ਇਹ ਸਸਪੈਂਡ ਵੀ ਹੋ ਗਿਆ ਆ। ਤੁਹਾਨੂੰ ਬਹੁਤ ਸ਼ੌਂਕ ਹੈ ਨਾ ਭਾਈ ਨਾਗੋਕੇ, ਸੁਖਵਿੰਦਰ ਸਿੰਘ ਨਾਗੋਕੇ ਦੀ, ਤੁਸੀਂ ਉਹ ਨਲਕੇ ਜਿਹਨੂੰ ਫਾਈਲ ਦਿੱਤੀ ਸੀ ਕੱਢ ਕੇ, ਇਹਦੀ ਫਾਈਲ ਜਨਤਕ ਕਰਿਓ, ਹਿੰਮਤ ਹੋਈ ਦੇ ਦਿਓ, ਗੁਰਾਂ ਦੀ ਦੇ ਦਿਓ, ਠੀਕ ਹੈ, ਦਿਲਬਾਗ ਦੀ ਦੇ ਦਿਓ, ਕੀ ਗੱਲ ਰਣਜੀਤ ਸਿੰਘ ਦੀ ਦੇ ਦਿਓ, ਕਿਉਂ ਜਨਤਕ ਕਰੇ ਫਾਈਲ, ਹਿੰਮਤ ਅਗਰ ਹੋਵੇ ਤੁਹਾਡੇ ਅੰਦਰ, ਠੀਕ ਹੈ ਜੀ। ਬਹੁਤ ਸ਼ੌਕ ਚੜਿਆ ਨਾ। ਉਸ ਤੋਂ ਇਲਾਵਾ ਅੱਗੇ ਆ ਜਾਓ ਸੰਗਤ ਜੀ। ਇਹ ਹੁਣ ਬਾਹਰ ਵਿਦੇਸ਼ਾਂ ਦੇ ਵਿੱਚ ਲੱਗੇ ਹੋਏ ਸੀ ਨਾ ਉਹ ਕਰਨ ਵਾਸਤੇ ਵੀ ਅਸੀਂ ਵਿਦੇਸ਼ ਦੇ ਵਿੱਚ ਜਾ ਕੇ ਮਤਲਬ ਅਮਰੀਕਾ ਦੇ ਵਿੱਚ ਛਾਪਾਖਾਨਾ ਖੋਲ੍ਹਣਾ ਆ ਜੀ, ਛਾਪਾਖਾਨਾ ਸ਼ੁਰੂ ਕਰਨਾ ਹੈ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਉੱਥੋਂ ਛਪਿਆ ਕਰਨਗੇ ਵਿਦੇਸ਼ਾਂ ਦੇ ਵਿੱਚ, ਉੱਥੇ ਹੀ ਅਸੀਂ ਐਕਸਪੋਰਟ ਕਰਿਆ ਕਰਾਂਗੇ। ਤੁਹਾਨੂੰ ਦੱਸਦਾ ਕਿ ਧਰਮ ਪ੍ਰਚਾਰ ਕਮੇਟੀ ਨੇ ਸਾਲ 2015 ਵਿੱਚ 2 ਕਰੋੜ ਰੁਪਇਆ ਕੈਨੇਡਾ ਵਿੱਚ ਭੇਜੇ ਸਨ। ਬੈਂਕ ਰਾਹੀਂ ਖਾਤਾ ਕਿਸੇ ਹੋਰ ਵਿਅਕਤੀ ਦਾ ਸੀ। ਇਹਨਾਂ ਵੱਲੋਂ ਇਹ ਸੇਵਿੰਗ ਖਾਤਾ ਆਪਣਾ ਦੱਸਿਆ ਗਿਆ ਸੀ। ਇਹ ਰਕਮ ਇਹਨਾਂ ਨੇ ਪਾਵਨ ਸਰੂਪ ਛਾਪਣ ਸੰਬੰਧੀ ਅਗਲੇ ਸਾਲ ਵਿੱਚ ਸਹਾਇਤਾ ਦੇ ਰੂਪ ਵਿੱਚ ਭੇਜੀ ਸੀ, ਠੀਕ ਹੈ। ਫਿਰ ਬਾਅਦ ਦੇ ਵਿੱਚ ਐਡਜਸਟਮੈਂਟ ਕਰਕੇ ਘਪਲਾ ਕੀਤਾ, ਜੋ ਇਹਨਾਂ ਦੇ ਇਸ ਸਾਲ ਦੇ ਸਾਲਾਨਾ ਚਿੱਠੇ ਵਿੱਚ ਪ੍ਰਤੱਖ ਦਿਖ ਜਾਵੇਗਾ। ਸਾਲ ਦਾ ਇਹਨਾਂ ਦਾ ਮਤਲਬ ਚਿੱਠਾ ਜਿਹੜਾ ਸਾਲਾਨਾ ਚਿੱਠਾ ਹੋਊਗਾ ਉਸ ਦੇ ਵਿੱਚ ਇਹਨਾਂ ਨੇ ਉਹਨੂੰ ਤਬਦੀਲ ਕੀਤਾ। ਉਹਦੇ ਵਿੱਚ ਕਲੀਅਰਲੀ 2015 ਵਿੱਚ ਮੈਂ ਤਾਂ ਹੀ ਬੇਨਤੀ ਕੀਤੀ ਸੀ ਨਾ ਵਿਦੇਸ਼ ਦੀਆਂ ਸੰਗਤਾਂ ਨੂੰ ਵੀ ਸੰਗਤ ਜੀ ਮਾफ़ ਕਰੋ, ਵਿਦੇਸ਼ ਦੇ ਵਿੱਚ ਇਹਨਾਂ ਨੇ ਕੱਖ ਨਹੀਂ ਕਰਨਾ। 2 ਕਰੋੜ ਰੁਪਇਆ ਮਤਲਬ SGPC ਤੋਂ ਉੱਧਰ ਟ੍ਰਾਂਸਫਰ ਕੀਤਾ, ਮਤਲਬ ਸੇਵਿੰਗ ਅਕਾਊਂਟ ਬਣਾ ਕੇ, ਅਤੇ ਉਸ ਤੋਂ ਬਾਅਦ ਉਹਨੂੰ ਖਪਾਤਾ ਆਪਣੇ ਹੀ ਖਾਤਿਆਂ ਦੇ ਵਿੱਚ। ਕਿੱਥੇ ਗਿਆ ਕਿੱਥੇ ਨਹੀਂ ਗਿਆ ਰੱਬ ਜਾਣੇ। ਤਾਂ ਅਮੀ ਸਾਹਿਬ ਗੱਲ ਤੋਂ ਦੱਸਦਾ, ਨਹੀਂ ਤਾਂ 2015 ਦਾ ਤੁਸੀਂ ਜਿਹੜਾ ਸਾਲਾਨਾ ਚਿੱਠਾ ਆ ਤੁਹਾਡਾ, ਚਿੱਠੇ ਤਾਂ ਵੈਸੇ ਮੈਂ ਬਹੁਤ ਕੱਢ ਦਿੱਤੇ ਆ ਤੁਹਾਡੇ, ਪਰ ਸਾਲਾਨਾ ਚਿੱਠਾ 2015 ਦਾ ਸਾਹਮਣੇ ਰੱਖ ਦਿਓ, ਪਤਾ ਲੱਗ ਜੂਗਾ 2 ਕਰੋੜ ਰੁਪਈਆ ਤੁਸੀਂ ਕਿੱਥੇ ਕੈਨੇਡਾ ਟ੍ਰਾਂਸਫਰ ਕੀਤਾ ਤੇ ਕਿੱਦਾਂ ਖਾਧਾ, ਠੀਕ ਹੈ ਜੀ। ਅਤੇ ਓਬਵੀਅਸ ਸੰਗਤ ਜੀ, ਮੈਂ ਪ੍ਰੋਗਰਾਮ ਜਦੋਂ ਕਰਦਾ ਤਾਂ ਬਹੁਤ ਸਾਰੇ ਲੋਕ ਨੇ ਜਿਹੜੇ ਨਾਲ ਜੁੜੇ ਨੇ, ਜਿਹੜੇ ਦਿਲੋਂ ਪਿਆਰ ਕਰਦੇ ਨੇ, ਅਤੇ ਬਹੁਤ ਸਾਰੀਆਂ ਮਿਸਟੇਕਸ ਓਬਵੀਅਸ ਹੈ ਕਿ ਮੇਰੇ ਤੋਂ ਵੀ ਹੋ ਸਕਦੀਆਂ ਨੇ, ਮੇਰੇ ਤੋਂ ਵੀ ਹੋ ਜਾਂਦੀਆਂ ਨੇ, ਕਿਉਂਕਿ ਮੈਨੂੰ ਇਨਫੋਰਮੇਸ਼ਨ ਬਹੁਤ ਸਾਰੇ ਲੋਕ ਭੇਜਦੇ ਨੇ। ਕਈ ਮੈਨੂੰ ਔਥੈਂਟਿਕ ਲੱਗਦੀਆਂ ਨੇ ਜਿਹੜੀਆਂ, ਅਤੇ ਕਈ ਜਿਹੜੇ ਬਹੁਤ ਲੰਬੇ ਸਮੇਂ ਤੋਂ ਮੇਰੇ ਨਾਲ ਗੱਲ ਕਰ ਰਹੇ ਨੇ ਉਹ ਵੀ ਇਨਫੋਰਮੇਸ਼ਨ ਦਿੰਦੇ ਨੇ, ਅਤੇ ਕਈ ਇਨਫੋਰਮੇਸ਼ਨਸ ਉਹਦੇ ਵਿੱਚੋਂ ਗਲਤ ਵੀ ਹੁੰਦੀਆਂ ਨੇ। ਭਾਈ ਸੁਖਵਿੰਦਰ ਸਿੰਘ ਨਾਗੋਕੇ ਜੀ ਨੇ ਮੈਨੂੰ ਮੇਰੀ ਗਲਤੀ ਦਾ ਇੱਕ ਥਾਂ ਦੇ ਉੱਤੇ ਅਹਿਸਾਸ ਦਵਾਇਆ, ਅਤੇ ਉਹਨਾਂ ਨੇ ਵੀਡੀਓ ਵੀ ਮੈਨੂੰ ਬਣਾ ਕੇ ਭੇਜੀ ਹੈ। ਅਤੇ ਮੈਂ ਅਗਰ ਗਲਤੀ ਕੀਤੀ ਹੋਵੇ ਕੋਈ, ਅਤੇ ਮੈਂ ਓਬਵੀਅਸ ਹੈ ਕਿ ਮੈਂ ਮੰਨਾਂਗਾ ਕਿ ਹਾਂ ਅਗਰ ਮੇਰੇ ਤੋਂ ਗਲਤੀ ਹੋਈ ਹੈ ਤਾਂ ਮੈਂ ਖਿਮਾ ਦਾ ਜਾ ਚੱਕਾਂ, ਮੈਂ ਸੰਗਤ ਤੋਂ ਹੱਥ ਬੰਨ੍ਹ ਕੇ ਮਾफ़ੀ ਮੰਗਦਾ ਉਸ ਵਾਸਤੇ। ਮੈਂ ਗੱਲ ਕਰ ਰਿਹਾ ਜੀ ਬੀਬੀ ਸਤਵੰਤ ਕੌਰ, ਸੁਪੁੱਤਰੀ ਸ਼ਹੀਦ ਭਾਈ ਅਮਰੀਕ ਸਿੰਘ ਜੀ, ਜਿਨ੍ਹਾਂ ਬਾਰੇ ਮੈਨੂੰ ਦੱਸਿਆ ਗਿਆ ਸੀ। ਸ਼ਹੀਦ ਭਾਈ ਅਮਰੀਕ ਸਿੰਘ ਜੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਜਿਹੜੇ ਪ੍ਰਧਾਨ ਸੀ, ਸੰਤਾਂ ਦੇ ਨਾਲ ਜੋ ਸ਼ਹੀਦ ਹੋਏ, ਉਹਨਾਂ ਦੇ ਸੁਪੁੱਤਰੀ ਨੇ ਇਹ। ਅਤੇ ਮੈਨੂੰ ਇਹ ਦੱਸਿਆ ਗਿਆ ਸੀ ਵੀ ਇਹਨਾਂ ਨੇ ਜਦੋਂ ਇਹ ਭਰਤੀ ਹੋਏ ਨੇ, ਅਤੇ ਐਜੂਕੇਸ਼ਨ ਵੀ ਇਹਨਾਂ ਨੇ SGPC ਦੇ ਵਿੱਚ ਭਰਤੀ ਹੋਣ ਦੇ ਦੌਰਾਨ ਹੀ ਇਹਨਾਂ ਨੇ ਐਜੂਕੇਸ਼ਨ ਆਪਣੀ ਕੰਪਲੀਟ ਕੀਤੀ, ਅਤੇ ਇਹਨਾਂ ਨੂੰ ਸਿੱਧਾ ਉਸ ਤੋਂ ਬਾਅਦ ਐਜੂਕੇਸ਼ਨ ਡਾਇਰੈਕਟਰ ਲਗਾ ਦਿੱਤਾ ਗਿਆ। ਲੱਖ ਰੁਪਏ ਤੋਂ ਉੱਤੇ ਤਨਖਾਹ ਹੈ। ਅਤੇ ਜਿਨ੍ਹਾਂ ਨੇ ਮੈਨੂੰ ਇਹ ਇਨਫੋਰਮੇਸ਼ਨ ਦਿੱਤੀ ਸੀ, ਮੈਂ ਉਹਨਾਂ ਨੂੰ ਹੱਥ ਬੰਨ੍ਹ ਕੇ ਹੁਣ ਬੇਨਤੀ ਕਰਦਾ ਵੀ ਅਗਰ ਮੈਂ ਤੁਹਾਡਾ ਨਾਮ ਲੈ ਕੇ ਇਹ ਚੀਜ਼ ਹੁਣ ਦੱਸਾਂ ਵੀ ਮੈਨੂੰ ਕਿਹਨੇ ਕਿਹਾ, ਕਿਉਂਕਿ ਤੁਸੀਂ ਵੀ SGPC ਦੇ ਵਿੱਚ ਹੀ ਹੋ ਅਤੇ ਡਿਪਾਰਟਮੈਂਟ ਦੇ ਨਾਲ ਜੁੜੇ ਹੋ, ਅਤੇ ਤੁਸੀਂ ਇਹ ਮੈਨੂੰ ਗਲਤ ਇਨਫੋਰਮੇਸ਼ਨ ਭੈਣ ਬਾਰੇ ਕਿਉਂ ਦਿੱਤੀ, ਕਿਉਂਕਿ ਲੱਖ ਤੋਂ ਉੱਤੇ ਉਹਨਾਂ ਦੀ ਤਨਖਾਹ ਨਹੀਂ ਹੈ, ਨਾ ਉਹ ਐਜੂਕੇਸ਼ਨ ਡਾਇਰੈਕਟਰ ਨੇ। ਸੋ ਮੈਂ ਹੱਥ ਬੰਨ੍ਹ ਕੇ ਭੈਣ ਤੋਂ ਮਾफ़ੀ ਮੰਗਦਾ ਹਾਂ, ਕਿਉਂਕਿ ਕਿਸੇ ਦੀਆਂ ਵੀ ਧਾਰਮਿਕ ਭਾਵਨਾਵਾਂ ਜਾਂ ਸ਼ਹੀਦ ਸਾਡੀ ਕੌਮ ਦਾ ਸਰਮਾਇਆ ਨੇ,
ਤੇ ਸ਼ਹੀਦਾਂ ਦੇ ਪਰਿਵਾਰ ਮੰਨਿਆ ਅੱਜ ਦੇ ਹਾਲਾਤਾਂ ਦੇ ਵਿੱਚ ਕੁਝ ਹੈਗੇ ਨੇ ਅਜਿਹੇ ਜੋ ਸਿਆਸੀ ਰੋਟੀਆਂ ਸੇਕ ਰਹੇ ਨੇ। ਪਰ ਸੰਤਾਂ ਦੀ ਕਹੀ ਗੱਲ ਮੈਂ ਹਮੇਸ਼ਾ ਯਾਦ ਰੱਖਦਾ ਕਿ ਸੰਤਾਂ ਨੇ ਕਿਹਾ ਸੀਗਾ ਕਿ ਕੱਲ੍ਹ ਨੂੰ ਇਹ ਨਾ ਹੋਵੇ ਕਿ ਜਰਨੈਲ ਸਿੰਘ ਮਰ ਜੇ, ਮਤਲਬ ਸ਼ਹੀਦੀ ਪਾ ਜਾਵੇ, ਅਤੇ ਤੁਸੀਂ ਉਹਦੇ ਟੱਬਰ ਨੂੰ ਅੱਖਾਂ 'ਤੇ ਪਲਕਾਂ 'ਤੇ ਬਿਠਾਈ ਫਿਰੋ, ਜੋ ਅਸੀਂ ਅੱਜ ਵੀ ਕਰ ਰਹੇ ਹਾਂ, ਅਤੇ ਜਿਹਦਾ ਫਾਇਦਾ ਹਰ ਕੋਈ ਚੱਕਦਾ ਆ, ਚੱਕ ਰਿਹਾ ਆ। ਅਤੇ ਅੱਜ ਕੱਲ੍ਹ ਮਤਲਬ ਧਾਰਮਿਕ ਆਗੂ ਪ੍ਰੋਜੈਕਟ ਕੀਤੇ ਜਾਂਦੇ ਨੇ, ਨੌਜਵਾਨ ਅੱਜ ਕੱਲ੍ਹ ਵੀ ਇੱਕ ਦੋ ਆਗੂ ਹੈਗੇ ਨੇ ਅਜਿਹੇ ਜੋ ਵੱਡੇ ਪੱਧਰ ਦੇ ਉੱਤੇ ਪ੍ਰੋਜੈਕਟ ਕਰਨ ਦੀ ਕੋਸ਼ਿਸ਼ ਕੌਮ ਦੇ ਵਿੱਚ ਕੀਤੀ ਜਾ ਰਹੀ ਹੈ ਅੰਮ੍ਰਿਤਪਾਲ ਤੋਂ ਬਾਅਦ, ਕਿ ਇਹਨੂੰ ਹੁਣ ਅਸੀਂ ਕੌਮ ਦੇ ਵਿੱਚ ਨੌਜਵਾਨ ਆਗੂ ਵੱਲੋਂ ਪ੍ਰੋਜੈਕਟ ਕਰਨਾ ਆ। ਪਰ ਸਾਨੂੰ ਉਸ ਦੇ ਪਿੱਛੇ ਥੋੜ੍ਹਾ ਜਿਹਾ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਸੰਗਤ ਜੀ, ਕਿ ਹਰ ਕਿਸੇ ਦੇ ਪਿੱਛੇ ਅਸੀਂ ਅੱਖਾਂ ਬੰਨ੍ਹ ਕੇ ਨਹੀਂ ਤੁਰਨਾ, ਚਾਹੇ ਕੋਈ ਵੀ ਹੋਵੇ। ਉਹ ਅਸੀਂ ਇਹ ਦੇਖਣਾ ਆ ਵੀ ਐਟਲੀਸਟ ਉਹ ਜੋ ਵੀ ਹੈ ਉਹ ਕਿਸੇ ਸਿਆਸੀ ਧਿਰ ਦੇ ਨਾਲ ਤਾਂ ਨਹੀਂ ਜੁੜਿਆ ਹੋਇਆ, ਜਾਂ ਜਿਹਨਾਂ ਨੇ ਕੌਮ ਦਾ ਬੇੜਾ ਗਰਕ ਕੀਤਾ ਉਹਨਾਂ ਦੀ ਜੁੱਤੀ 'ਚ ਪਾਣੀ ਪੀਣਾ ਤਾਂ ਨਹੀਂ ਗਿੱਝੇ ਹੋਏ, ਜਾਂ ਪਿੱਛੇ ਉਹਨਾਂ ਨੂੰ ਸਾਥ ਉਹਨਾਂ ਦਾ ਤਾਂ ਨਹੀਂ ਹੈ। ਖੈਰ, ਭਾਈ ਨਾਗੋਕੇ ਜੀ ਨੇ ਵੀਡੀਓਜ਼ ਭੇਜੀ ਸੀ ਮੈਨੂੰ, ਅਤੇ ਓਬਵੀਅਸ ਹੈ ਵੀ ਉਹਨਾਂ ਨੇ ਜੋ ਵੀ ਕਿਹਾ ਆ ਮੈਨੂੰ ਸਿਰ ਮੱਥੇ ਪ੍ਰਵਾਨ ਹੈ, ਅਤੇ ਮੈਂ ਉਹ ਵੀਡੀਓ ਵੀ ਸੰਗਤ ਦੇ ਰੂਬਰੂ ਕਰਦਾ ਹਾਂ ਜੀ। ਪਿਛਲੇ ਦਿਨੀ ਦਾਸ ਨੇ ਇੱਕ ਦੋ ਵੀਡੀਓ ਬਣਾ ਕੇ ਆਪ ਜੀ ਦੇ ਚਰਨਾਂ ਦੇ ਵਿੱਚ ਮੈਂ ਸੱਚ ਨੂੰ ਮੁੱਖ ਰੱਖਦਿਆਂ ਮੈਂ ਭੇਜੀਆਂ ਸੀਗੀਆਂ। ਪ੍ਰੀਤ ਸੈਣੀ ਵੱਲੋਂ ਜੋ ਖੁਲਾਸੇ ਕੀਤੇ ਗਏ ਆ ਉਹਨਾਂ ਦੇ ਵਿੱਚੋਂ ਸਾਨੂੰ ਕੁਝ ਸਚਾਈ ਨਜ਼ਰ ਆਈ ਤੇ ਦੁੱਖ ਮਹਿਸੂਸ ਹੋਇਆ, ਤੇ ਅਸੀਂ ਆਪਣੀਆਂ ਪੋਸਟਾਂ ਰਾਹੀਂ ਉਹਦੀ ਹਮਾਇਤ ਵੀ ਕੀਤੀ। ਮੈਂ ਪ੍ਰੀਤ ਸੈਣੀ ਨੂੰ ਇਹ ਹੱਥ ਜੋੜ ਕੇ ਬੇਨਤੀ ਕਰਦਾ ਵਾਂ, ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਜੋ, ਪਰ ਥੋੜਾ ਜਿਹਾ ਜਿੱਥੇ ਤੁਸੀਂ ਜੋਸ਼ ਦੇ ਨਾਲ ਕੰਮ ਕਰ ਰਹੇ ਹੋ ਉੱਥੇ ਥੋੜੀ ਜਿਹੀ ਤੁਹਾਨੂੰ ਹੋਸ਼ ਵੀ ਕਰਨੀ ਪੈਣੀ ਆ। 1978 ਤੋਂ ਲੈ ਕੇ ਅੱਜ ਤੱਕ ਸਾਰਾ ਸੰਘਰਸ਼ ਪਿੰਡੇ ਤੇ ਹੰਢਾਇਆ ਵਾ, ਕਿਉਂਕਿ ਮੈਂ ਦੱਸਣਾ ਨਹੀਂ ਸੀ ਚਾਹੁੰਦਾ। ਉਹ ਪ੍ਰੋਫੈਸਰ ਫਲਵਿੰਦਰਪਾਲ ਸਿੰਘ ਜੋ ਉਹ ਸਤਲਾਣੀ ਸਾਹਿਬ ਕਾਲਜ ਦਾ ਵਾ, ਉਹਨੇ ਇੱਕ ਦੋ ਮੇਰੀ ਫਾਈਲ ਫੜ ਕੇ ਖੁਲਾਸੇ ਕੀਤੇ ਸੀ, ਮੈਨੂੰ ਤਾਂ ਦੱਸਣਾ ਪਿਆ ਵਾ। ਸਾਧ ਸੰਗਤ ਜੀ, ਬਹੁਤ ਕੁਝ ਵੇਖਿਆ ਵਾ ਸੰਘਰਸ਼ ਦੇ ਦੌਰਾਨ। ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਵਾਂ, ਪ੍ਰੀਤ ਸੈਣੀ ਨੂੰ ਵੀ ਬੇਨਤੀ ਕਰਾਂਗਾ, ਕੋਈ ਵੀ ਹੋਰ ਵੀ ਚੈਨਲਾਂ ਵਾਲੇ ਆ, ਭਈ 1978 ਤੋਂ ਲੈ ਕੇ ਅੱਜ ਤੱਕ ਸਾਡੇ ਜਿੰਨੇ ਸਿੰਘ ਸ਼ਹੀਦ ਹੋਏ ਆ, ਇਹ ਜਿਹੜੇ ਜਿੰਨੇ ਵੀ ਸ਼ਹੀਦ ਪਰਿਵਾਰ ਆ, ਇਹ ਸਾਡੀ ਕੌਮ ਦਾ ਸਰਮਾਇਆ ਵਾ। ਤੇ ਕਈ ਸਾਡੇ ਸ਼ਹੀਦ ਪਰਿਵਾਰ ਰੁਲ ਰਹੇ ਆ, ਤੇ ਕੁਝ ਕੁ ਨੂੰ ਨੌਕਰੀਆਂ ਵੀ ਮਿਲੀਆਂ ਵਾ। ਜੇ ਅੱਜ ਅਸੀਂ ਗੱਲ ਕਰੀਏ ਫਲਾਣੇ ਪਰਿਵਾਰ ਦੀ, ਉਹਨੂੰ ਆਹ ਨੌਕਰੀ ਮਿਲੀ ਆ, ਉਹਦੀ ਜੇ ਕੋਈ ਨਿੰਦਿਆ ਕਰੇ ਭਈ ਇਹ ਇੰਨੀ ਤਨਖਾਹ ਲੈਂਦਾ ਵਾ, ਬਿਲਕੁਲ ਗਲਤ ਗੱਲ ਆ। ਪਿਛਲੇ ਦਿਨੀ ਸੈਣੀ ਸਾਹਿਬ ਦੇ ਚੈਨਲ ਤੋਂ ਮੈਂ ਸੁਣਿਆ ਸੀਗਾ, ਇਹਨਾਂ ਨੇ ਸ਼ਹੀਦ ਭਾਈ ਅਮਰੀਕ ਸਿੰਘ ਉਹਨਾਂ ਦੀ ਬੇਟੀ ਤੇ ਬੋਲਿਆ ਸੀਗਾ ਭਈ ਉਹ 1 ਲੱਖ ਰੁਪਈਆ ਤਨਖਾਹ ਉਸ ਤੋਂ ਵੱਧ ਲੈ ਰਹੀ ਆ। ਉਹ ਡਾਇਰੈਕਟਰ ਆ ਉੱਥੋਂ ਦੀ, ਜਿੱਥੋਂ ਦੇ ਵੀ ਉੱਥੇ ਸਰਵਿਸ ਕਰਦੀ ਆ। ਇਹ ਦਾਸ ਨੇ ਉਸੇ ਵਕਤ, ਕਿਉਂਕਿ ਸ਼ਹੀਦ ਪਰਿਵਾਰ ਕਰਕੇ, ਉਹਦੀ ਇਨਕੁਆਇਰੀ ਕੀਤੀ, ਪਤਾ ਲੱਗਾ ਵੀ ਨਾ ਤੇ ਉਹਦੀ ਤਨਖਾਹ 1 ਲੱਖ ਤੋਂ ਉੱਪਰ ਆ, ਤੇ ਨਾ ਹੀ ਉਹ ਡਾਇਰੈਕਟਰ ਆ। ਮੇਰੀ ਹੱਥ ਜੋੜ ਕੇ ਬੇਨਤੀ ਆ ਵੀ ਜੇ ਤੁਸੀਂ ਆਪਣੇ ਚੈਨਲ ਰਾਹੀਂ ਸੱਚ ਬੋਲਦੇ ਜੋ, ਤੇ ਕਈ ਇਹੋ ਜਿਹੇ ਵੀ ਤੁਹਾਡੇ ਕੋਲ ਕੇਸ ਆਉਣੇ ਆ ਜਿਹੜੇ ਜਾਣ ਬੁੱਝ ਕੇ ਲੋਕ ਤੁਹਾਡੇ ਚੈਨਲ ਰਾਹੀਂ ਇਹਨਾਂ ਸ਼ਹੀਦ ਪਰਿਵਾਰਾਂ ਨੂੰ ਬਦਨਾਮ ਕਰਨ ਤੇ ਤੁੱਲੇ ਹੋਏ ਆ। ਭਾਈ ਅਮਰੀਕ ਸਿੰਘ ਜੀ ਬੇਦਾਗ ਸ਼ਖਸੀਅਤ ਸਨ, ਤੇ ਉਹਦਾ ਪਰਿਵਾਰ ਭਾਈ ਤਰਲੋਚਨ ਸਿੰਘ, ਉਹਨਾਂ ਦੀਆਂ ਬੇਟੀਆਂ ਅੱਜ ਤੱਕ ਸਿੱਖੀ ਸਰੂਪ ਦੇ ਵਿੱਚ ਆ, ਤੇ ਉਹਨਾਂ ਦੇ ਪੂਰਨਿਆਂ ਦੇ ਉੱਤੇ ਚੱਲ ਰਹੇ ਆ। ਸਾਡੀ ਭੈਣ ਸਤਵੰਤ ਕੌਰ ਬਹੁਤ ਹੀ ਸੂਝਵਾਨ ਬੇਟੀ ਆ ਸਾਡੀ, ਤੇ ਕੌਮ ਨੂੰ ਸਮਰਪਿਤ ਆ। ਤੁਸੀਂ ਉਹਨਾਂ ਦੇ ਭਾਸ਼ਣ ਵੀ ਸੁਣਦੇ ਜੋ। ਭਾਈ ਤਰਲੋਚਨ ਸਿੰਘ ਇੱਕ ਬਹੁਤ ਸੂਝਵਾਨ, ਜਿਸ ਤਰ੍ਹਾਂ ਭਾਈ ਅਮਰੀਕ ਸਿੰਘ ਜੀ ਫੈਡਰੇਸ਼ਨ ਦੇ ਪ੍ਰਧਾਨ ਹੁੰਦੇ ਸੀ,
ਉਹਨਾਂ ਦਾ ਬੇਟਾ ਵੀ ਉਸੇ ਤਰ੍ਹਾਂ ਉਹਨਾਂ ਦੇ ਪੂਰਨਿਆਂ ਤੇ ਚੱਲ ਰਿਹਾ। ਮੈਂ ਬੇਨਤੀ ਕਰਾਂਗਾ ਵੀ ਸਾਡੇ ਹੋਰ ਵੀ ਸ਼ਹੀਦ ਪਰਿਵਾਰ ਆ, ਸੰਤ ਜਰਨੈਲ ਸਿੰਘ ਜੀ ਤੋਂ ਲੈ ਕੇ ਜਿੰਨੇ ਵੀ ਸਾਡੇ ਸੰਘਰਸ਼ ਦੇ ਦੌਰਾਨ ਸ਼ਹੀਦ ਪਰਿਵਾਰ ਹੋਏ ਆ, ਇਹਨਾਂ ਦੇ ਪਰਿਵਾਰਾਂ ਬਾਰੇ ਬਹੁਤ ਸੋਚ ਸਮਝ ਕੇ ਕੋਈ ਵੀ ਚੈਨਲ ਵਾਲਾ ਬੋਲੇ। ਵਿਸ਼ੇਸ਼ ਤੌਰ ਤੇ ਮੇਰੀ ਹੱਥ ਜੋੜ ਕੇ ਬੇਨਤੀ ਆ ਵੀ ਜਿੱਥੇ ਇਹ ਸਾਡੇ ਪਰਿਵਾਰਾਂ ਨੂੰ ਜਿੰਨੀ ਵੀ ਤਨਖਾਹ ਮਿਲਦੀ ਆ, ਮੈਂ ਨਾ 1 ਲੱਖ ਨਹੀਂ 5-5 ਲੱਖ ਤਨਖਾਹ ਹੋਣੀ ਚਾਹੀਦੀ ਇਹਨਾਂ ਪਰਿਵਾਰਾਂ ਦੀ, ਕਿਉਂਕਿ ਇਹਨਾਂ ਪਰਿਵਾਰਾਂ ਦਾ ਅਸੀਂ ਦੇਣ ਨਹੀਂ ਦੇ ਸਕਦੇ ਜਿਨ੍ਹਾਂ ਨੇ ਕੌਮ ਵਾਸਤੇ ਆਪਣਾ ਬਲੀਦਾਨ ਦਿੱਤਾ ਵਾ। ਇਹ ਸਾਡੀ ਕੌਮ ਦਾ ਸਰਮਾਇਆ ਵਾ। ਇਹਨਾਂ ਪਰਿਵਾਰਾਂ ਦੀ ਵੱਧ ਤੋਂ ਵੱਧ ਸੰਗਤਾਂ ਨੂੰ ਵੀ ਮਦਦ ਕਰਨੀ ਚਾਹੀਦੀ ਹੈ, ਸੰਸਥਾਵਾਂ ਨੂੰ ਵੀ ਮਦਦ ਕਰਨੀ ਚਾਹੀਦੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਭਾਈ ਨਾਗੋਕੀ ਜੀ ਨੇ ਜਿਹੜੀ ਵੀਡੀਓ ਭੇਜੀ ਉਹ ਤੁਹਾਡੇ ਰੂਬਰੂ ਮੈਂ ਕਰ ਦਿੱਤੀ ਹੈ। ਸੋ ਮੈਂ ਸੰਗਤ ਜੀ ਇਹੀ ਕਹਾਂਗਾ ਕਿ ਮੈਨੂੰ ਇਨਫੋਰਮੇਸ਼ਨ ਤੁਸੀਂ ਦੇਸ਼ਾਂ ਵਿਦੇਸ਼ਾਂ ਤੋਂ ਦਿੰਦੇ ਹੋ। SGPC ਦੇ ਬਹੁਤ ਸਾਰੇ EMPLOYEES ਐਕਸ EMPLOYEES ਨੇ ਜਿਹੜੇ ਇਨਫੋਰਮੇਸ਼ਨ ਦਿੰਦੇ ਆ, ਸਿਰ ਮੱਥੇ ਪ੍ਰਵਾਨ ਹੈ, ਪਰ ਗਲਤ ਆંકੜਿਆਂ ਗਲਤ ਤੱਥ ਨਾ ਪੇਸ਼ ਕਰਿਆ ਕਰੋ। ਉਸ ਤੋਂ ਇਲਾਵਾ SGPC ਦੀ ਅਗਰ ਅਸੀਂ ਗੱਲ ਕਰੀਏ ਤਾਂ SGPC ਦੇ ਝੰਡੇ ਤਾਂ ਸਾਰੇ ਪਾਸੇ ਹੀ ਝੂਲਦੇ ਨੇ। ਇੱਕ ਹੋਰ ਦੀ ਮੇਰੇ ਕੋਲ ਪਹੁੰਚੀ ਸੀ, ਬਟ ਇਹਦੀ ਇਨਫੋਰਮੇਸ਼ਨ ਆਪਾਂ ਕੱਲ੍ਹ ਸਾਂਝੀ ਕਰਾਂਗੇ। ਭਾਈ ਸਾਹਿਬ ਨੇ, ਇਹਨਾਂ ਦੀ ਤਸਵੀਰ ਦਿਖਾ ਦਿੰਦਾ, ਇਹਨਾਂ ਦੇ ਬਾਰੇ ਕੱਲ੍ਹ ਗੱਲ ਕਰਾਂਗੇ, ਨਹੀਂ ਤਾਂ ਬਹੁਤ ਲੰਬਾ ਹੋ ਜਾਣਾ ਐਪੀਸੋਡ, ਠੀਕ ਹੈ ਜੀ। ਤੇ ਉਸ ਤੋਂ ਬਾਅਦ ਹੁਣ ਆ ਜਾਂਦੇ ਹਾਂ ਜੀ ਅੱਗੇ, ਜਥੇਦਾਰ ਭਾਈ ਰਣਜੀਤ ਸਿੰਘ, ਕਿਉਂਕਿ ਜਿਹੜੇ ਸਵਾਲ ਮੈਂ ਪੁੱਛਦਾ ਆ ਤੇ ਜਥੇਦਾਰ ਸਾਹਿਬ ਪੁੱਛਦੇ ਨੇ ਤੇ ਉਹਨਾਂ ਦੇ ਜਵਾਬ ਧਾਮੀ ਸਾਹਿਬ ਨੂੰ ਦੇਣੇ ਚਾਹੀਦੇ ਨੇ। ਪਰ ਪ੍ਰਤਾਪ ਸਿੰਘ ਨੇ ਪਹਿਲਾਂ ਵੀ ਚੌਲਾ ਸਾਹਿਬ ਦੀ ਜ਼ਮੀਨ ਦੇ ਉੱਤੇ ਜਵਾਬ ਦਿੱਤਾ ਸੀ ਤੇ ਅੱਜ ਵੀ ਉਹੀ ਜਵਾਬ ਦੇਣ ਵਾਸਤੇ ਸਾਹਮਣੇ ਆਇਆ, ਪਰ ਜਥੇਦਾਰ ਸਾਹਿਬ ਨੇ ਜੋ ਮੁੜ ਕੇ ਜਵਾਬ ਦਿੱਤਾ ਉਹ ਜ਼ਰੂਰ ਸੁਣਨਾ ਬਣਦਾ ਹੈ। ਮੈਂ ਜਦੋਂ ਆਰੋਪ ਲਗਾਇਆ ਕਿ 450 ਏਕੜ ਜ਼ਮੀਨ ਆ ਚੋਲਾ ਸਾਹਿਬ ਦੀ, ਤੁਸੀਂ ਕਦੀ 4000 ਨੂੰ ਠੇਕੇ ਤੇ, ਕਦੀ 6000 ਨੂੰ ਠੇਕੇ ਤੇ, ਕਦੀ 20000 ਨੂੰ ਠੇਕੇ ਤੇ ਦੱਸੀ ਜਾਂਦੇ ਹੋ। ਇਹ ਜ਼ਮੀਨ ਉਹ ਆ ਜਿਹੜੀ ਨਹਿਰ ਦੇ ਕੰਢੇ ਦੀ ਆ ਤੇ 60000 ਨੂੰ ਠੇਕਾ ਮਿਲਦਾ। ਮੈਂ ਕਿਹਾ ਤੁਸੀਂ ਪ੍ਰਧਾਨ ਸਾਹਿਬ ਸਾਨੂੰ ਇਹ ਦੱਸੋ ਕਿ ਪਿਛਲੇ 5 ਸਾਲਾਂ 'ਚ ਇਸ 450 ਏਕੜ ਜ਼ਮੀਨ ਦੀ ਆਮਦਨ ਕੀ ਆਈ ਪ੍ਰਬੰਧਕ ਕਮੇਟੀ ਨੂੰ। ਉਹਦਾ 4 ਦਿਨਾਂ ਦੇ ਬਾਅਦ ਜਵਾਬ ਦਿੱਤਾ ਜੀ, ਮੂੰਹ ਲਸ਼ਕਾ ਕੇ ਚੰਗੀ ਤਰ੍ਹਾਂ ਚੀਫ ਸਕੱਤਰ ਨੇ ਆਖੇ ਜੀ ਸਿੰਘ ਸਾਹਿਬ ਦਾ ਅਸੀਂ ਬਹੁਤ ਮਾਣ ਕਰਦੇ ਹਾਂ, ਪਰ ਉਹਨਾਂ ਨੂੰ ਅੰਕੜੇ ਲੈ ਲੈਣੇ ਚਾਹੀਦੇ ਨੇ। ਅੰਕੜੇ ਕੀ ਆਪ ਦਿੱਤੇ? ਆਖੇ 26000 ਨੂੰ ਅਸੀਂ ਠੇਕੇ ਤੇ ਦਿੱਤੀ ਹੈ। ਮੈਂ 22000 ਨੂੰ ਕਿਹਾ ਸੀ, ਇਹਨੇ 26000 ਨੂੰ ਕਹਿਤਾ। ਪਰ ਜੇ 26000 ਨੂੰ ਵੀ ਦਿੱਤਾ, ਮੈਂ ਤੇ ਕਿਹਾ ਸੀਗਾ ਕਿ 450 ਏਕੜ ਜ਼ਮੀਨ ਦੀ 5 ਸਾਲਾਂ ਦੀ ਆਮਦਨ ਸਾਨੂੰ ਦੱਸੋ ਕੀ ਆਈ। ਪ੍ਰਬੰਧਕ ਕਮੇਟੀ ਨੂੰ ਜਿਹੜੀ ਆਮਦਨ ਆ 450 ਏਕੜ ਠੇਕੇ ਦੀ, ਉਹ ਪ੍ਰਬੰਧਕ ਕਮੇਟੀ ਦੇ ਖਾਤੇ 'ਚ ਕਿੰਨੀ ਆਈ, ਮੈਂ ਤੇ ਇਹ ਪੁੱਛਣ ਡਿਆ, ਤੇ ਆંકੜੇ ਤੁਸੀਂ ਦੱਸ ਦਿਓ। ਮੇਰੇ ਬਹੁਤ ਹੀ ਸਤਿਕਾਰਯੋਗ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਵੱਲੋਂ ਚੋਲਾ ਸਾਹਿਬ ਦੀਆਂ ਜ਼ਮੀਨਾਂ ਸੰਬੰਧੀ ਇੱਕ ਪੋਸਟ ਪਾਈ ਗਈ ਹੈ। ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਕੋਈ ਵੀ ਜਿਹੜੀ ਪੋਸਟ ਪਾਉਂਦੇ ਹੋ ਉਹ ਪੂਰੀ ਰਿਕਾਰਡ ਦੀ ਜਾਣਕਾਰੀ ਲੈ ਕੇ ਪਾਇਆ ਕਰੋ। ਇਹ ਚੋਲਾ ਸਾਹਿਬ ਗੁਰਦੁਆਰਾ ਜਿਹੜਾ ਇਹ ਸੈਕਸ਼ਨ 87 ਵਿੱਚ ਆਉਂਦਾ ਸੀਗਾ। 1998 ਵਿੱਚ ਇਹ ਗੁਰਦੁਆਰਾ ਇਲੈਕਸ਼ਨ ਹੋਈ ਤੇ ਇਹ ਲੋਕਲ ਕਮੇਟੀ ਜਿਹੜੀ ਚੁਣੀ ਹੋਈ ਉਹ ਬਣੀ ਉੱਥੇ। ਇਸ ਕਮੇਟੀ ਨੇ ਪ੍ਰਬੰਧ ਚਲਾਇਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸ ਇਹਦਾ ਸਿੱਧਾ ਪ੍ਰਬੰਧ 2010 ਦਾ ਗਜਟ ਆ ਜਿਹੜਾ ਹਿੰਦੁਸਤਾਨ ਸਰਕਾਰ ਦਾ ਆ, ਭਾਰਤ ਸਰਕਾਰ ਦਾ, ਉਹਦੇ ਮੁਤਾਬਕ ਸਿੱਧਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੈਕਸ਼ਨ 85 ਅਧੀਨ ਆਇਆ। ਜਿਹੜੀਆਂ ਜ਼ਮੀਨਾਂ ਦੀ ਗੱਲ ਮਾਨਯੋਗ ਸਿੰਘ ਸਾਹਿਬ ਜੀ ਨੇ ਕਹੀ ਆ, ਉਹ ਜ਼ਮੀਨਾਂ ਜਿਹੜੀਆਂ 1960 ਤੋਂ 65 ਦੇ ਦਰਮਿਆਨ ਜਿਹੜੇ ਕਾਬਜ਼ਕਾਰ ਨੇ, ਇਹਨਾਂ ਦੇ ਦਾਦੇ ਪੜਦਾਦੇ ਜਾਂ ਜਿਹੜੇ ਇਹਨਾਂ ਦੇ ਵੱਡੇ ਵਡੇਰੇ ਸੀ, ਉਹ ਇਹਨਾਂ ਜ਼ਮੀਨਾਂ ਦੇ ਕਾਬਜ਼ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਪ੍ਰਬੰਧ ਆਇਆ। ਅਸੀਂ ਅੱਜ ਦੀ ਤਰੀਕ 'ਚ ਇਹਨਾਂ ਜ਼ਮੀਨਾਂ ਦੇ ਭਾਵੇਂ ਕਿ ਉਹ ਠੇਕੇ ਘੱਟ ਨੇ, ਪਰ ਫਿਰ ਵੀ 26000 ਰੁਪਇਆ ਪ੍ਰਤੀ ਏਕੜ ਠੇਕਾ ਲਿਆ ਜਾ ਰਿਹਾ। ਜਦੋਂ ਕਿ ਇਹ ਲੋਕਲ ਕਮੇਟੀਆਂ 'ਚ ਪ੍ਰਬੰਧ ਸੀ, ਉਦੋਂ ਇਹ 4000 ਠੇਕਾ ਸੀਗਾ। ਇਹ ਜੇ ਸਕੱਤਰ ਦੇ ਕੰਨ ਖੁੱਲੇ ਨੇ, ਪ੍ਰਧਾਨ ਦੀਆਂ ਅੱਖਾਂ ਦੇਖ ਰਹੀਆਂ, ਕੰਨ ਖੁੱਲੇ ਨੇ, ਤੇ ਮੈਂ ਅੱਜ ਇੱਕ ਗੱਲ ਦੱਸਣ ਲੱਗਾ, ਉਹਦੇ ਬਾਰੇ ਵੀ ਦੱਸ ਦੇਵੇ
ਆਪੇ ਹੀ ਦੱਸ ਦੇਵੇ, ਨਹੀਂ ਤਾਂ ਮੈਂ ਰਿਕਾਰਡ ਦੇਵਾਂ ਇਹਨੂੰ, ਇਹਨਾਂ ਤੇ ਦੇਣਾ ਨਹੀਂ। ਇੱਕ ਸਰਾਂ ਪੂਰੀ ਦੀ ਪੂਰੀ ਸਰਾਂ ਜਿਹੜੀ ਆ ਉਹ ਪ੍ਰਕਾਸ਼ ਸਿੰਘ ਬਾਦਲ ਦੇ ਖਾਨਦਾਨ ਤੇ ਉਹਦੇ ਕੁੜਮਾਂ ਦੇ ਖਾਨਦਾਨ ਤੇ ਜਿਹੜੇ ਜਿੰਨੇ ਵੀ ਉਹ ਅੰਮ੍ਰਿਤਸਰ ਆ ਕੇ ਠਹਿਰਦੇ ਨੇ ਸਿਕਿਉਰਿਟੀ ਅਫਸਰ, ਉਹਨਾਂ ਦੇ ਨਾਂ ਕੀਤੀ ਹੋਈ। ਸਿੱਖ ਨੂੰ ਉੱਥੇ ਕਮਰਾ ਨਹੀਂ ਮਿਲਦਾ। ਮੈਨੂੰ ਕੁਝ ਮਹੀਨੇ ਪਹਿਲਾਂ ਇੱਕ ਬੱਚੇ ਦਾ ਟੈਲੀਫੋਨ ਆਇਆ ਕਿ ਮੈਂ ਚੰਡੀਗੜ੍ਹ 'ਚ ਆਉਣਾ, ਮੈਨੂੰ 2 ਦਿਨ ਚਾਹੀਦੇ ਨੇ, 2-3 ਦਿਨ ਚਾਹੀਦੇ, ਮੈਂ ਇਮਤਿਹਾਨ ਦੇਣਾ, ਮੈਨੂੰ ਰਿਹਾਇਸ਼ ਚਾਹੀਦੀ। ਮੈਂ 26 ਸੈਕਟਰ ਜਿਹੜੀ ਬਣੀ ਸੀ ਸਰਾਂ ਕਲਗੀਧਰ ਨਿਵਾਸ, ਇਸੇ ਕੰਮ ਲਈ ਬਣਿਆ ਸੀ ਕਿ ਕੋਈ ਬੱਚਾ ਪੇਪਰ ਦੇਣ ਜਾਵੇ ਉਹਨੂੰ ਥਾਂ ਮਿਲ ਜਾਵੇ, ਕੋਈ PGI ਦਾਖਲ ਹੋ ਜਾਵੇ ਮਰੀਜ਼ ਤੇ ਉਹਨੂੰ ਸੰਭਾਲਣ ਵਾਲੇ ਉੱਥੇ ਚਲੇ ਜਾਣ, ਪ੍ਰਸ਼ਾਦਾ ਨਾਢਾ ਸਾਹਿਬ ਤੋਂ ਆ ਜਾਵੇ ਜਾਂ ਅੰਬ ਸਾਹਿਬ ਤੋਂ ਆ ਜਾਵੇ। ਉਸੇ 26 ਸੈਕਟਰ ਦੀ ਸਰਾਂ ਟੈਲੀਫੋਨ ਕੀਤਾ। ਉਹ ਮੈਨੂੰ ਸੈਕਟਰੀ ਕਹਿਣ ਲੱਗਾ ਜੀ 28 ਕਮਰੇ ਟੋਟਲ ਨੇ, ਇੱਕ ਕਮਰਾ ਮੇਰੇ ਕੋਲ ਹੈ। 27 ਕਮਰੇ ਦਿੱਲੀ ਵਾਲੇ ਸਰਸਾ, ਸੁਖਬੀਰ ਬਾਦਲ ਤੇ ਇੱਕ ਮਜੀਠੀਏ ਦੀ ਜਿਹੜੀ ਸਿਕਿਉਰਿਟੀ ਆ ਉਹਨਾਂ ਨੇ ਰੱਖੇ ਹੋਏ ਮੱਲੇ ਹੋ 27 ਕਮਰੇ। ਇਹ ਅੱਜ ਜਿਹੜਾ ਇਹ ਜਿਹੜਾ ਬਾਰ-ਬਾਰ ਇਹ ਕਹਿੰਦੇ, ਪਹਿਲੀ ਗੱਲ ਤੇ ਜਵਾਬ ਦਿੰਦੇ ਹੀ ਨਹੀਂ, ਜੇ ਦਿੰਦੇ ਤੇ ਪੁੱਠਾ ਦਿੰਦੇ, ਉਹਨੂੰ ਦੁਬਾਰਾ ਰਿਪੀਟ ਕਰਨਾ ਬੜਾ ਔਖਾ ਹੋ ਜਾਂਦਾ। ਕਮ ਸੇ ਕਮ ਮੈਂ ਬਾਰ-ਬਾਰ ਕਹਿ ਰਿਹਾ, ਜੇ ਅਸੀਂ ਗਲਤ ਕਹਿ ਰਹੇ ਹਾਂ ਤੇ ਕੋਰਟ 'ਚ ਜਾਓ ਸਾਡੇ ਖਿਲਾਫ। ਤੁਸੀਂ ਕਈਆਂ ਤੇ ਕੇਸ ਕਰਦੇ ਫਿਰਦੇ ਜੇ, ਪੱਤਰਕਾਰਾਂ ਤੇ, ਸਾਡੇ ਤੇ ਕਰੋ, ਅਸੀਂ ਦੱਸਾਂਗੇ ਤੁਹਾਡੇ ਅੰਕੜੇ ਕੀ ਨੇ, ਸਾਡੇ ਕੋਲ ਪ੍ਰੂਫ ਕੀ ਨੇ। ਪਰ ਨਹੀਂ, ਇਹ ਢੀਠਤਾਈ ਦੇ ਨਾਲ ਗੁਰੂ ਘਰ ਦਾ ਸਰਮਾਇਆ ਖਰਾਬ ਹੋ ਰਿਹਾ, ਸਾਡੇ ਬੱਚਿਆਂ ਦਾ ਜਿਹੜਾ ਭਵਿੱਖ ਆ ਉਹ ਖਤਮ ਹੋ ਰਿਹਾ। ਕਿਸੇ ਵੀ ਸਾਡੇ ਗਰੀਬ ਬੱਚੇ ਨੂੰ ਪੜ੍ਹਾਈ ਲਈ, ਐਜੂਕੇਸ਼ਨ ਲਈ ਕੋਈ ਸਹਾਇਤਾ ਨਹੀਂ ਮਿਲਦੀ, ਜਦ ਕਿ ਹੋਣਾ ਇਹ ਚਾਹੀਦਾ ਕਿ ਜਿੱਡਾ ਵੱਡਾ ਸਰਮਾਇਆ ਹੈ ਗੁਰੂ ਨਾਨਕ ਦੀ ਸਰਕਾਰ ਦਾ, ਸਭ ਤੋਂ ਪਹਿਲਾਂ ਸਾਡੇ ਗਰੀਬ ਬੱਚਿਆਂ ਦੀ ਐਜੂਕੇਸ਼ਨ ਤੇ ਲੱਗੇ, ਫਿਰ ਬਿਮਾਰ ਦੇ ਇਲਾਜ ਤੇ ਲੱਗੇ, ਫਿਰ ਯਾਤਰੂਆਂ ਦੇ ਰੱਖ ਰਖਾਵ ਤੇ ਉਹਨਾਂ ਦੀ ਸਹੂਲਤ ਲਈ ਲੱਗੇ। ਪਰ ਅਸੀਂ ਹੈ ਕਿ ਅਸੀਂ ਆਪਣਾ ਜਿੰਨਾ ਗੁਰੂ ਘਰ ਦਾ ਸਰਮਾਇਆ ਉਹ ਵੇਚੀ ਜਾ ਰਹੇ ਹਾਂ, ਉਹ ਲੀਜ਼ ਤੇ ਦੇਈ ਜਾ ਰਹੇ ਹਾਂ, ਆਪ ਲਈ ਜਾ ਰਹੇ ਹਾਂ, ਉਹ ਤੇ ਇੰਸਟੀਚਿਊਟ ਬਣਾ ਰਹੇ ਹਾਂ। ਗੁਰੂ ਘਰ ਦੀ ਜ਼ਮੀਨ, ਗੁਰੂ ਘਰ ਦਾ ਪੈਸਾ, ਮਾਲਕ ਅਸੀਂ ਆਪ ਬਣ ਰਹੇ ਹਾਂ। ਇਹ ਕਿਸੇ ਨੂੰ ਤੁਹਾਨੂੰ ਨਹੀਂ ਪਤਾ। ਜਦੋਂ ਤੁਸੀਂ ਐਕਟ ਦੇਖੋਗੇ, ਐਕਟ ਦੇ ਵਿੱਚ ਕੋਈ ਟਰਸਟ ਨਹੀਂ ਬਣ ਸਕਦਾ, ਕਿਉਂਕਿ ਐਕਟ ਆਪ ਟਰਸਟ ਹੈ। ਟਰਸਟ ਦੇ ਵਿੱਚ ਟਰਸਟ ਨਹੀਂ ਬਣਾ ਸਕਦਾ ਕੋਈ, ਪਰ ਸਾਡੇ ਲੀਡਰਾਂ ਨੇ ਬਣਾ ਕੇ ਅਦਾਰੇ ਚਲਾਏ ਨੇ, ਤੇ ਜਿਹੜੇ ਅਦਾਰੇ ਚਲਾਏ ਨੇ ਉਹਨਾਂ 'ਚ ਜਿਹੜਾ NRI ਦਾ ਕੋਟਾ ਹੁੰਦਾ ਉਹ ਇਹਨਾਂ ਦੀਆਂ ਜੇਬਾਂ ਜਾਂਦਾ, ਜਿਹੜਾ ਘਾਟਾ ਪੈਂਦਾ ਉਹ ਹਰਮੰਦਰ ਸਾਹਿਬ ਦੇ ਖਾਤੇ 'ਚੋਂ ਚੈੱਕ ਚਲੇ ਜਾਂਦਾ, ਉਹ ਘਾਟਾ ਪੂਰਾ ਕਰਨ ਲਈ 2 ਕਰੋੜ ਦਾ ਚੈੱਕ ਭੇਜ ਦਿਓ। ਕਹਿਣ ਵਾਲੇ ਵੀ ਆਪ, ਲੈਣ ਵਾਲੇ ਵੀ ਆਪ। ਕਿਤੇ ਤੁਸੀਂ ਸੁਪਨੇ 'ਚ ਨਹੀਂ ਸੋਚੋਗੇ ਕਿਸੇ ਲੀਡਰ ਦੀ ਜਿਹੜੀ ਸਿਕਿਉਰਿਟੀ ਉਹ ਸਾਡੀਆਂ ਸਰਾਵਾਂ ਭਰੀਆਂ ਪਈਆਂ ਨੇ। ਅੱਜ ਇਹ ਜਿਹੜੇ ਕਹਿੰਦੇ ਨੇ ਸਾਨੂੰ ਅੰਕੜੇ ਦਿਓ, ਮੈਂ ਅੰਕੜੇ ਦੇਣਾ। ਮੈਂ ਤੁਹਾਨੂੰ ਕਹਿ ਰਿਹਾ, ਤੁਸੀਂ ਅੰਮ੍ਰਿਤਸਰ ਦੀ ਸਰਾਂ ਮਜੀਠੀਏ ਪਰਿਵਾਰ, ਬਾਦਲ ਦੇ ਪਰਿਵਾਰ ਲਈ, ਉਹਨਾਂ ਦੀ ਸਿਕਿਉਰਿਟੀ ਲਈ ਰਿਟਨ 'ਚ ਲਿਖ ਕੇ, ਰਜਿਸਟਰ ਤੇ ਲਿਖ ਕੇ ਉਹਨਾਂ ਦੇ ਨਾਂ ਕੀਤੀ ਹੋਈ। ਮੁੱਕਰੋ ਕਿਵੇਂ ਮੁੱਕਰਦੇ ਹੋ? ਕੋਈ ਪ੍ਰਧਾਨ ਮੈਨੂੰ ਜਵਾਬ ਦੇਵੇ, ਸਕੱਤਰ ਜਵਾਬ ਦੇਵੇ ਜਿਹੜਾ ਕਹਿੰਦਾ ਅੰਕੜੇ ਦਿਓ। ਹੁਣ ਅੰਕੜੇ ਮੇਰੇ ਤੋਂ ਲਵੇ, ਜੇ ਪਿਓ ਦਾ ਪੋਤਾ ਤੇ ਦਿਖਾਵੇ, ਰਜਿਸਟਰ ਦਿਖਾਵੇ ਉਸ ਸਰਾਂ ਦਾ ਜਿਹੜੀ ਸਰਾਂ 'ਚ ਸਿਕਿਉਰਿਟੀ ਰਹਿੰਦੀ ਹੈ। ਤੇ ਨਹੀਂ ਤੇ ਦੱਸੇ ਸਿਕਿਉਰਿਟੀ ਲਈ ਬਣੀਆਂ ਨੇ। ਸਿੱਖ ਧੱਕੇ ਖਾਂਦੇ ਨੇ, ਉੱਥੇ ਸੜਕਾਂ ਤੇ ਸੌਂਦੇ ਨੇ ਰਾਤ ਨੂੰ, ਤੁਸੀਂ ਸਰਾਵਾਂ ਦਿਓ ਪੁਲਿਸ ਨੂੰ ਜਿਹੜੀਆਂ ਉੱਥੇ ਸ਼ਰਾਬਾਂ ਪੀਂਦੀ ਹੈ। ਪੂਰਾ 26 ਸੈਕਟਰ ਦਾ ਪੂਰਾ ਗੁਰੂ ਕਲਗੀਧਰ ਨਿਵਾਸ ਜਿਹੜਾ ਉਹ ਇਹਨਾਂ ਨੇ ਛਾਉਣੀ ਬਣਾ ਰੱਖੀ ਹੈ। ਤੋ ਗੁਰੂ ਘਰ ਦੀਆਂ ਜਾਇਦਾਦਾਂ ਵਿਕਣੀਆਂ ਬਚਾਈਏ, ਗੁਰੂ ਘਰ ਦੇ ਸਿਧਾਂਤ ਬਚਾਈਏ। ਇਹ ਪੰਥ ਤੇ ਗ੍ਰੰਥ ਦਾ ਸਿਧਾਂਤ ਜਿਹੜਾ ਸਾਡੀ ਸਰਪ੍ਰਸਤੀ ਕਰਦਾ। ਸੂਫੀ ਮੱਤ ਨੇ ਕਿਹਾ ਕਿ ਇੱਕ ਸੁੱਤਿਆਂ ਹੀ ਜਿਬਾ ਵਾਸਲ ਹੋਏ, ਇੱਕ ਜਾਗਦਿਆਂ ਹੀ ਸੁੱਤੇ ਹੋ, ਹਉ ਕੁਰਬਾਨ ਤਿਨਾਂ ਤੋਂ ਬਾਹੂ ਜਿਨ੍ਹਾਂ ਖੂਹ ਪ੍ਰੇਮ ਦੇ ਜੁੱਤੇ ਹੋ। ਉਹ ਥੋੜੇ ਹੁੰਦੇ ਨੇ ਜਿਹੜੇ ਪ੍ਰੇਮ ਦੇ ਵਿੱਚ ਪਰਮਾਤਮਾ ਨੂੰ ਯਾਦ ਕਰਕੇ ਕੁਰਬਾਨੀ ਕਰਦੇ ਨੇ। ਕਾਲੇ ਪੱਟ ਨਾ ਚੜੇ ਸਫੇਦੀ ਕਾਗ ਨਾ ਥੀਂਦੇ ਬੱਗੇ, ਸ਼ਾਹ ਹੁਸੈਨ ਸ਼ਹਾਦਤ ਪਾਇਨ ਜਿਹੜੇ ਮਰਨ ਮਿੱਤਰਾਂ ਦੇ ਅੱਗੇ। ਜਿਸ ਪਿਆਰੇ ਸੋ ਨੇਹ ਤਿਸ ਆਗੇ ਮਰ ਚੱਲੀਏ, ਤ੍ਰਿਗ ਜੀਵਨ ਸੰਸਾਰ ਤਾਂ ਕਿ ਪਾਛੇ ਜੀਵਣਾ। ਗੁਰੂ ਦੇ ਹੋ ਕੇ ਮਰੀਏ,
ਸਾਡੀ ਗਤੀ ਹੋਊਗੀ। ਸੋ ਸੰਗਤ ਜੀ, ਜਥੇਦਾਰ ਸਾਹਿਬ ਨੇ ਜੋ ਗੱਲਾਂ ਕਹੀਆਂ, ਠੀਕ ਹੈ ਜੀ, ਉਹ ਗੱਲਾਂ ਸਾਨੂੰ ਆਪ ਸਮਝਣੀਆਂ ਪੈਣੀਆਂ ਨੇ ਵੀ ਆਖਿਰ ਕਿਉਂ ਇਹ ਸਵਾਲ ਪੁੱਛੇ ਜਾ ਰਹੇ ਨੇ। ਧਾਮੀ ਸਾਹਿਬ ਨੂੰ ਕੀ ਪ੍ਰੋਬਲਮ ਹੈ ਜਾਂ ਸਾਡੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਕੀ ਪ੍ਰੋਬਲਮ ਹੈ, ਉਹ ਸੰਗਤ ਦੇ ਸਵਾਲਾਂ ਦਾ ਜਵਾਬ ਨਹੀਂ ਦੇ ਸਕਦੇ। ਇਹਨਾਂ ਨੇ ਤਾਂ ਸਾਫ ਜਥੇਦਾਰ ਸਾਹਿਬ ਨੇ ਕਹਿਤਾ ਨਾ ਵੀ ਤੁਸੀਂ ਚਲੋ ਨਾਮ ਨਹੀਂ ਲਿੱਤਾ, ਮੇਰਾ ਨਾਂ ਸੀ, ਮੈਂ ਪੱਤਰਕਾਰ ਤਾਂ ਮੈਂ ਹੀ ਹਾਂ, ਜਿੱਤੇ ਪਰਚਾ ਹੋਇਆ ਉਹਨਾਂ ਨੇ ਕਿਹਾ ਪੱਤਰਕਾਰਾਂ ਦੇ ਪਰਚੇ ਕਰਵਾ ਰਹੇ ਹੋ ਤੁਸੀਂ। ਹੁਣ ਮੇਰਾ ਨਾਮ ਕਿਉਂ ਨਹੀਂ ਲਿੱਤਾ ਮੈਨੂੰ ਨਹੀਂ ਪਤਾ ਉਹਦਾ ਰੀਜ਼ਨ, ਪਰ ਉਹ ਤਾਂ ਜਥੇਦਾਰ ਸਾਹਿਬ ਨੂੰ ਦੱਸਣਾ ਪੈਣਾ ਵੀ ਨਾਮ ਲੈਂਦਾ ਕੀ ਪ੍ਰੋਬਲਮ ਹੁੰਦੀ ਆ। ਪਰ ਹਾਂ, ਜਥੇਦਾਰ ਸਾਹਿਬ ਨੇ ਇਹ ਗੱਲ ਤਾਂ ਕਹੀ ਨਾ ਮੇਰੇ ਤੇ ਪਰਚਾ ਕਰੋ, ਮੈਂ ਫਿਰ ਦੱਸਦਾ ਤੁਹਾਨੂੰ ਜਿਹੜੇ ਸਬੂਤ ਜਿਹੜੇ ਤੱਥ ਤੁਸੀਂ ਕਹਿੰਦੇ ਹੋ, ਜਾਂ ਪ੍ਰਤਾਪ ਸਿੰਘ ਨੇ ਕਿਹਾ ਆ ਜਥੇਦਾਰ ਸਾਹਿਬ ਨੂੰ ਕਿ ਕਾਗਜ਼ ਪੱਤਰ ਪੂਰੇ ਲੈ ਲਿਆ ਕਰੋ, ਤੱਥ ਸਾਡੇ ਤੋਂ ਲੈ ਲਿਆ, ਆંકੜੇ ਸਾਡੇ ਤੋਂ ਲੈ ਲਿਆ ਕਰੋ। ਜਥੇਦਾਰ ਸਾਹਿਬ ਸਾਹਮਣੇ ਉਸ ਚੈਲੰਜ ਕਰ ਰਹੇ ਨੇ, ਤੁਹਾਨੂੰ ਕਿਹੜੇ ਆંકੜੇ ਚਾਹੀਦੇ ਨੇ, ਮੈਂ ਦੇਣਾ ਆ, ਫਿਰ ਦਿਓ ਆંકੜੇ, ਜਾਂ ਤੁਸੀਂ ਦਿਓ ਜਾਂ ਉਹ ਦਿੰਦੇ ਨੇ। ਤੇ ਉਹਨਾਂ ਨੇ ਤਾਂ ਇਹ ਵੀ ਕਹਤਾ FIR ਕਰਨੀ ਸਾਡੇ ਤੇ ਕਰੋ, ਪਰਚਾ ਕਰਕੇ ਦੇਖੋ। ਜਥੇਦਾਰ ਸਾਹਿਬ ਇੱਦਾਂ ਕਹਿ ਰਹੇ ਆ, ਧਾਮੀ ਸਾਹਿਬ, ਰਘਵੀਰ ਜੀ ਕਰਕੇ ਦੇਖੋ, ਪਤਾ ਲੱਗ ਜੂਗਾ ਕਿਹੜੇ ਭਾਅ ਵੇਖਦੀ ਆ। ਖੈਰ, ਉਸ ਤੋਂ ਅੱਗੇ ਆਨੇ ਜੀ, ਅੱਗੇ ਇੱਕ ਹੋਰ ਚੀਜ਼ ਹੈ, ਭਾਈ ਗੁਰਪ੍ਰੀਤ ਸਿੰਘ ਰੰਧਾਵਾ, ਠੀਕ ਹੈ ਜੀ, ਹਾਈ ਕੋਰਟ ਦੇ ਵਿੱਚ ਆਈ ਥਿੰਕ ਪੰਜਾਬ ਹਰਿਆਣਾ ਹਾਈ ਕੋਰਟ 'ਚ ਪੇਸ਼ੀ ਸੀਗੀ ਇਹਨਾਂ ਦੇ ਜਿਹੜੇ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਲੈ ਕੇ। ਤੇ SGPC ਦਾ ਬਿਆਨ ਹੈ ਵੀ ਸਾਡੇ ਕੋਲ ਸਾਰੀ ਲਾਇਬ੍ਰੇਰੀ ਸੁਰੱਖਿਅਤ ਪਈ ਹੈ, ਸਭ ਕੁਝ ਹੈ ਸਾਡੇ ਕੋਲ, ਕੋਈ ਚੀਜ਼ ਦੀ ਘਾਟ ਨਹੀਂ ਹੈ। ਤੇ ਆਓ ਪਹਿਲਾਂ ਗੁਰਪ੍ਰੀਤ ਸਿੰਘ ਰੰਧਾਵਾ ਜੀ ਨੂੰ ਸੁਣ ਲੈਂਦੇ, ਉਹ ਕੀ ਕਹਿੰਦੇ ਨੇ। ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਖਾਲਸਾ ਜੀ, ਮੈਂ ਅੱਜ ਤੁਹਾਡੇ ਨਾਲ ਇੱਕ ਪੰਥਕ ਵਿਰਾਸਤ ਔਰ ਸਾਡਾ ਧੁਰਾ, ਸਾਡਾ ਵੇਸ ਜੋ ਸਿੱਖੀ ਦਾ ਹੈ, ਉਹਦੇ ਸੰਬੰਧ ਦੇ ਵਿੱਚ ਮੈਂ ਇੱਕ ਬੜੀ ਜ਼ਰੂਰੀ ਜਿਹੜੀ ਹੈ ਉਹ ਗੱਲ ਕਰਨ ਲੱਗਾ। ਇਹ ਉਹ ਗੱਲ ਹੈ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਵੱਲੋਂ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਵਾਰ-ਵਾਰ ਚੁੱਕੀ ਜਾ ਰਹੀ ਹੈ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਜੇ ਤੱਕ ਕੋਈ ਕਿਸੇ ਕਿਸਮ ਦਾ ਜਵਾਬ ਨਹੀਂ ਮਿਲਿਆ। ਪਿਛਲੇ ਦਿਨੀ ਪੰਥਕ ਅਕਾਲੀ ਲਹਿਰ ਦੀ ਇੱਕ ਵੱਡੀ ਇਕੱਤਰਤਾ ਨਾਰੰਗਵਾਲ, ਜਿਹੜਾ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਪਿੰਡ ਹੈ, ਉੱਥੇ ਸਿੰਘ ਸਾਹਿਬ ਨੇ ਮੇਰਾ ਨਾਂ ਲੈ ਕੇ ਬਤੌਰ ਐਗਜ਼ੈਕਟਿਵ ਮੈਂਬਰ ਔਰ ਸਾਡੇ ਸਾਥੀ ਸਰਦਾਰ ਜਸਵੰਤ ਸਿੰਘ ਪੜੈਣ ਅਤੇ ਹੋਰ ਮੈਂਬਰ, ਉਹਨਾਂ ਨੇ ਕਿਹਾ ਕਿ ਜਿਹੜਾ ਜੂਨ 1984 ਦੇ ਸਰਮਾਏ ਦਾ ਮਸਲਾ ਹੈ, ਜਿਹੜਾ ਫੌਜ ਲੈ ਗਈ ਸੀ ਉੱਥੇ ਹਮਲੇ ਤੋਂ ਬਾਅਦ, ਉਹਦੇ ਸੰਬੰਧ ਵਿੱਚ ਹਾਈ ਕੋਰਟ ਦੇ ਵਿੱਚ ਇੱਕ ਕੇਸ ਚੱਲ ਰਿਹਾ ਹੈ, ਜਿੱਥੇ ਸ਼੍ਰੋਮਣੀ ਕਮੇਟੀ ਨੇ ਪਿਛਲੇ ਦਿਨੀ ਜਵਾਬ ਦਾਵਾ ਦਿੱਤਾ ਹੈ। ਤੇ ਜਿਸ ਜਵਾਬ ਦਾਵੇ ਵਿੱਚ ਇਹ ਸੰਕੇਤ ਦਿੱਤਾ ਹੈ, ਇਹ ਮੰਨਿਆ ਕਿ ਇਹ ਸਾਰਾ ਸਰਮਾਇਆ ਸਾਡੇ ਕੋਲ ਆ। ਤੋ ਜੇ ਸਾਡੇ ਕੋਲ ਹੈ, ਮੈਂ ਸਮਝਦਾ ਕਿ ਬੜੀ ਖੁਸ਼ੀ ਦੀ ਗੱਲ ਹੈ। ਸੋ ਅੱਜ ਮੈਂ ਇੱਕ ਖਾਸ ਪੱਤਰ ਜਿਹੜਾ ਬਤੌਰ ਐਗਜ਼ੈਕਟਿਵ ਮੈਂਬਰ ਔਰ ਵਿਰੋਧੀ ਧਿਰ ਵੱਲੋਂ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਜ ਰਿਹਾ, ਜਿਹਦੇ ਵਿੱਚ ਅਸੀਂ ਇੱਕ 4 ਮੈਂਬਰੀ ਕਮੇਟੀ ਜਿਹੜੀ ਆ ਉਹ ਕਾਇਮ ਕੀਤੀ ਆ, ਜਿਹਦੇ ਵਿੱਚ ਦਾਸ ਗੁਰਪ੍ਰੀਤ ਸਿੰਘ ਰੰਧਾਵਾ, ਸਰਦਾਰ ਜਸਵੰਤ ਸਿੰਘ ਪੜੈਣ, ਸਰਦਾਰ ਅਮਰੀਕ ਸਿੰਘ ਸ਼ਾਹਪੁਰ ਜਿਹੜੇ ਕਿ ਸਾਡੇ ਸਾਬਕਾ ਐਗਜ਼ੈਕਟਿਵ ਮੈਂਬਰ ਨੇ, ਔਰ ਇਸੇ ਤਰ੍ਹਾਂ ਸਰਦਾਰ ਸਰਬੰਸ ਸਿੰਘ ਮਾਨਕੀ ਜੋ ਕਿ ਸਮਰਾਲੇ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਨੇ। ਭਾਵੇਂ ਸਾਡੀ ਧਿਰ ਦੇ ਬਹੁਤ ਮੈਂਬਰ ਨੇ, ਪਰ ਕਿਉਂਕਿ ਅਸੀਂ ਇੱਕੋ ਰੇਂਜ ਦੇ ਵਿੱਚ ਜਿਹੜਾ ਹੈਗਾ ਉਹ ਬੈਠੇ ਹਾਂ ਤੇ ਸਾਨੂੰ ਦਰਬਾਰ ਸਾਹਿਬ ਦੇ ਵਿੱਚ ਜਾਣਾ ਸੌਖਾ, ਅਸੀਂ ਅੱਜ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਉੱਥੇ ਮੌਜੂਦਾ ਸਕੱਤਰ ਨੂੰ ਇੱਕ ਪੱਤਰ ਲਿਖ ਕੇ ਡਿਮਾਂਡ ਕੀਤੀ ਆ ਕਿ ਜੋ ਤੁਸੀਂ ਸੰਕੇਤ ਦਿੱਤਾ ਹੈ ਜਾਂ ਹਲਫਨਾਮਾ ਦਿੱਤਾ ਹੈ ਕਿ ਇਹ ਸਰਮਾਇਆ ਸਾਡੇ ਕੋਲ ਹੈ, ਤਾਂ ਅੱਜ ਅਸੀਂ ਤੁਹਾਨੂੰ ਇਹ ਬੇਨਤੀ ਕਰਦੇ ਹਾਂ ਕਿ ਇਹਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 205 ਹੱਥ ਲਿਖਤ ਸਰੂਪ ਨੇ, ਜਿਹੜੇ ਸਾਡੇ ਸਰਮਾਏ ਦੇ ਰੂਪ ਵਿੱਚ ਸਿੱਖ ਲਾਇਬ੍ਰੇਰੀ ਜਿਹੜੀ ਰੈਫਰੈਂਸ ਲਾਇਬ੍ਰੇਰੀ ਆ ਉਹਦੇ ਵਿੱਚ ਮੌਜੂਦ ਨੇ। ਇਹਦੇ ਨਾਲ ਹੀ ਬਾਬਾ ਹਰਦਾਸ ਜੀ ਦੀ ਸੁਨਹਿਰੀ ਪੋਥੀ ਹੱਥ ਲਿਖਤ, ਇਹਦੇ ਨਾਲ ਜਨਮ ਸਾਖੀਆਂ ਦੇ ਖਰੜੇ, ਇਹਦੇ ਨਾਲ 28 ਹੁਕਮਨਾਮੇ ਜਿਹੜੇ ਹੱਥ ਲਿਖਤ ਗੁਰੂ ਸਾਹਿਬਾਨਾਂ ਦੇ, ਮਾਤਾ ਸੁੰਦਰ ਕੌਰ ਜੀ ਦੇ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ, ਬਾਬਾ ਬੰਦਾ ਸਿੰਘ ਬਹਾਦਰ ਜੀ ਦੇ, ਔਰ ਇਹਦੇ ਨਾਲ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦੇ 2 ਪਾਵਨ ਸਰੂਪ, ਜਿਨ੍ਹਾਂ ਦੇ ਉੱਤੇ 6ਵੀਂ ਪਾਤਸ਼ਾਹੀ, 7ਵੀਂ ਪਾਤਸ਼ਾਹੀ ਔਰ 9ਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਸਾਹਿਬ ਔਰ 10ਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਸਤਖਤ ਨੇ। ਸਾਡੀ ਇਹ ਇੱਛਾ ਕਿ ਸਾਨੂੰ ਇੱਕ ਦਿਨ ਸ਼੍ਰੋਮਣੀ ਕਮੇਟੀ ਨਿਯਤ ਕਰੇ ਤਾਂ ਅਸੀਂ ਚਾਰੋਂ ਜਣੇ ਉਸ ਸਾਰੇ ਸਰਮਾਏ ਦੇ ਦਰਸ਼ਨ ਕਰਨਾ ਚਾਹੁੰਦੇ ਹਾਂ ਔਰ ਆਪਣੀ ਵਿਰਾਸਤ ਨੂੰ ਨਮਸਕਾਰ ਕਰਨਾ ਚਾਹੁੰਦੇ ਹਾਂ। ਔਰ ਇਹਦੇ ਵਿੱਚ ਮੈਂ ਸਮਝਦਾ ਕਿ ਜੇ ਕੋਈ ਹੋਰ ਵੀ ਮੈਂਬਰ ਸਾਡੇ ਨਾਲ ਜਾਣਾ ਚਾਹੁੰਦਾ ਹੈ ਤਾਂ ਸ਼੍ਰੋਮਣੀ ਕਮੇਟੀ ਉਹਨਾਂ ਨੂੰ ਵੀ ਇਜਾਜ਼ਤ ਦੇਵੇ, ਭਾਵੇਂ ਉਹ ਕਿਸੇ ਵੀ ਧੜੇ ਦੇ ਹੋਣ। ਪਰ ਮੈਂ ਇਹ ਬੇਨਤੀ ਕਰਦਾ ਕਿ ਜੇ ਤੁਸੀਂ ਹਾਈ ਕੋਰਟ ਵਿੱਚ ਇਹ ਗੱਲ ਕਹੀ ਹੈ ਕਿ ਸਰਮਾਇਆ ਸਾਡੇ ਕੋਲ ਹੈ, ਤੁਹਾਡੇ ਕੋਲ ਹੈ, ਤਾਂ ਸਾਨੂੰ ਦਰਸ਼ਨ ਕਰਵਾਓ। ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਇਹ ਦਰਸ਼ਨ ਕਰਨ ਤੋਂ ਬਾਅਦ ਫਿਰ ਅਸੀਂ ਦੱਸਾਂਗੇ ਕੌਮ ਨੂੰ ਕਿ ਨਹੀਂ, ਸ਼੍ਰੋਮਣੀ ਕਮੇਟੀ ਬਹੁਤ ਵਧੀਆ ਤਰੀਕੇ ਦੇ ਨਾਲ ਸੇਵਾ ਸੰਭਾਲ ਕਰ ਰਹੀ ਹੈ,
ਇਹ ਸਾਰਾ ਸਾਡੇ ਕੋਲ ਮੌਜੂਦ ਹੈ। ਤਾਂ ਅਸੀਂ ਸਿੰਘ ਸਾਹਿਬ ਨੂੰ ਵੀ ਦੱਸਾਂਗੇ, ਹੋਰ ਵੀ ਜਥੇਬੰਦੀਆਂ ਜਾਂ ਹੋਰ ਵੀ ਪੰਥਕ ਆਗੂ ਜਿਹੜੇ ਸਵਾਲ ਕਰਦੇ ਨੇ ਉਹਨਾਂ ਨੂੰ ਇਸ ਗੱਲ ਦਾ ਜਵਾਬ ਦੇਵਾਂਗੇ। ਪਰ ਮੈਨੂੰ ਲੱਗਦਾ ਕਿ ਜੇ ਸ਼੍ਰੋਮਣੀ ਕਮੇਟੀ ਹੁਣ ਅਜਿਹਾ ਨਾ ਕਰ ਪਾਈ ਤਾਂ ਇੱਕ ਬਹੁਤ ਵੱਡਾ ਸਵਾਲ ਜਿਹੜਾ ਤੁਹਾਡੇ ਸਾਹਮਣੇ ਖੜਾ ਹੋਊਗਾ। ਆਮ ਚਰਚਾਵਾਂ ਇਹ ਨੇ ਕਿ ਇਸ ਦਾਅਵੇ ਦੇ ਨਾਲ ਕੋਰਟ ਨੂੰ ਵੀ ਗੁੰਮਰਾਹ ਕਰਨ ਦਾ ਜਿਹੜਾ ਯਤਨ ਕੀਤਾ ਗਿਆ। ਜਿਹੜੇ ਲੋਕੀ ਕੋਰਟ ਦੇ ਨਾਲ ਜੁੜੇ ਨੇ ਉਹ ਇਹ ਸਵਾਲ ਕਰਦੇ ਨੇ। ਮੈਂ ਨਹੀਂ ਇਹ ਕਹਿੰਦਾ, ਮੈਂ ਆਸ ਕਰਦਾ ਕਿ ਤੁਸੀਂ ਬਹੁਤ ਜਲਦ ਮੇਰੀ ਇਸ ਚਿੱਠੀ ਤੋਂ ਬਾਅਦ ਸਾਨੂੰ ਜਵਾਬ ਦਿਓਗੇ ਔਰ ਸਾਨੂੰ ਦਿਨ ਨਿਯਤ ਕਰਕੇ ਦਿਓਗੇ ਕਿ ਜਿਸ ਦਿਨ ਅਸੀਂ ਆ ਕੇ ਇਸ ਸਾਡੀ ਵਿਰਾਸਤ ਦੇ, ਇਸ ਸਰਮਾਏ ਦੇ, ਇਸ ਧੁਰੇ ਦੇ ਅਸੀਂ ਦਰਸ਼ਨ ਕਰ ਸਕਾਂਗੇ ਔਰ ਇਹਦੇ ਸੰਬੰਧ ਵਿੱਚ ਅੱਗੇ ਕੌਮ ਨੂੰ ਵੀ ਭਾਵੇਂ ਪ੍ਰਚਾਰ ਦੁਆਰਾ ਭਾਵੇਂ ਮੀਡੀਆ ਦੁਆਰਾ ਉਹ ਇਹ ਜ਼ਰੂਰ ਅਸੀਂ ਦੱਸਾਂਗੇ ਔਰ ਕਿ ਸਾਡੀ ਇਹ ਜਿਹੜੀ ਵਿਰਾਸਤ ਹੈ ਉੱਥੇ ਪਈ ਹੈ। ਸੋ ਇਹ 4 ਮੈਂਬਰੀ ਕਮੇਟੀ ਵੱਲੋਂ ਜਿਹਦੇ ਵਿੱਚ ਮੈਂ ਇਹ ਬੇਨਤੀ ਕਰਦਾ ਕਿ ਸਾਨੂੰ ਇਹ ਤੁਸੀਂ ਬਹੁਤ ਜਲਦ, ਮੈਂ ਆਸ ਕਰਦਾ ਕਿ ਪੱਤਰ ਮਿਲਣ ਤੋਂ ਬਾਅਦ ਸਾਨੂੰ ਇਹ ਦਿਨ ਦਿਓ, ਨੀਅਤ ਕਰੋ ਤਾਂ ਕਿ ਅਸੀਂ ਜਿਹੜੀ ਹੈ ਉਹ ਵਿਰਾਸਤ ਦੇ ਦਰਸ਼ਨ ਕਰ ਸਕੇ। ਮੈਂ ਇਹ ਗੱਲ ਵਾਰ-ਵਾਰ ਕਹਿਣਾ ਕਿ ਜੇ ਅਜਿਹਾ ਨਹੀਂ ਹੁੰਦਾ ਤਾਂ ਫਿਰ ਸ਼੍ਰੋਮਣੀ ਕਮੇਟੀ ਦੇ ਉੱਤੇ ਵੱਡੇ ਸਵਾਲ ਪਹਿਲਾਂ ਹੀ ਖੜੇ ਨੇ, ਇਹ ਹੋਰ ਵੱਡੇ ਹੋਣਗੇ, ਇਹ ਪ੍ਰਚਾਰ ਹੋਰ ਵੱਡਾ ਹੋਊਗਾ। ਜੇ ਅੱਜ ਸਾਨੂੰ ਤੁਸੀਂ ਦਰਸ਼ਨ ਕਰਵਾ ਦਿੰਦੇ ਹੋ ਤੇ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਅੱਗੇ ਲੱਗ ਕੇ ਇਸ ਗੱਲ ਦਾ ਮੈਂ ਇਨੀਸ਼ੀਏਟਿਵ ਲੈ ਕੇ ਪੂਰੀ ਕੌਮ ਨੂੰ ਇਹ ਸਾਰਾ ਕੁਝ ਜੋ ਡਿਟੇਲ ਵਿੱਚ ਅਸੀਂ ਆਪਣੀਆਂ ਅੱਖਾਂ ਨਾਲ ਦਰਸ਼ਨ ਕਰਾਂਗੇ ਉਹ ਦੱਸਾਂਗੇ। ਮੈਂ ਆਸ ਕਰਦਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ, ਸਕੱਤਰ, ਜਨਰਲ ਸਕੱਤਰ, ਜਿੰਨੇ ਵੀ ਸਾਰੇ ਅਹੁਦੇਦਾਰ ਇਸ ਗੱਲ ਦੇ ਉੱਤੇ ਤੁਸੀਂ ਜਿਹੜਾ ਇਹ ਗੌਰ ਫਰਮਾਓਗੇ ਔਰ ਅਸੀਂ ਚਾਹਾਂਗੇ ਕਿ ਇਹ ਜਿਹੜੀ ਪ੍ਰਬੰਧਕ ਕਮੇਟੀ ਹੈ ਇਹਦਾ ਸੰਗਤ ਦੇ ਵਿੱਚ ਇੱਕ ਚੰਗਾ ਮੈਸੇਜ ਆਵੇ, ਕਿਉਂਕਿ ਇਸ ਵਕਤ ਇਹ ਗੱਲ ਬਹੁਤ ਵੱਡੇ ਸਵਾਲ ਜਿਹੜੇ ਬਣੇ ਹੋਏ ਨੇ। ਸੋ ਆਸ ਕਰਦੇ ਹਾਂ ਔਰ ਮੈਂ ਉਡੀਕ ਕਰਾਂਗਾ ਕਿ ਇਹਦੇ ਵਿੱਚ ਸ਼੍ਰੋਮਣੀ ਕਮੇਟੀ ਅਗਲਾ ਸਾਨੂੰ ਕੀ ਫੈਸਲਾ ਦਿੰਦੀ ਹੈ, ਇਹਦੇ ਤੇ ਕੀ ਫੈਸਲਾ ਲੈਂਦੀ ਹੈ, ਉਹਦੀ ਉਡੀਕ ਵਿੱਚ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠੀਕ ਹੈ ਜੀ। ਪੰਥਕ ਵਿਰਾਸਤ ਦੀ ਜਿਹਦੀ ਗੱਲ ਇਹ ਕਰ ਰਹੇ ਨੇ, ਉਸ ਵਿਰਾਸਤ ਨੂੰ ਇਹਨਾਂ ਨੇ ਕਿਉਂ ਲੁਕੋ ਕੇ ਰੱਖਿਆ? ਸਿੱਖ ਕੌਮ ਦੀ ਵਿਰਾਸਤ ਹੈ, ਜਨਤਕ ਕਰਨ, ਡਿਜੀਟਲ ਕਰਨ ਦੀ ਇਹ ਗੱਲ ਕਰ ਰਹੇ ਨੇ। ਤੇ ਜਿੱਥੇ ਤੱਕ ਮੈਨੂੰ ਪਤਾ ਲੱਗਿਆ, ਤੁਹਾਨੂੰ ਆਉਣ ਵਾਲੇ ਅੱਗੇ ਐਪੀਸੋਡਸ 'ਚ ਪਤਾ ਲੱਗ ਜਾਊਗਾ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਇੱਕ ਵਾਰ ਪਹਿਲਾਂ ਡਿਜੀਟਲ ਹੋ ਚੁੱਕੀ ਹੈ। ਜਿਸ ਸਿੰਘ ਸਾਹਿਬਾਨ ਨੇ ਉਹ ਸਾਰਾ ਸੈਟਅਪ ਲਾਇਆ ਸੀ, ਉਹਨਾਂ ਦੇ ਨਾਲ ਪਰਸਨਲੀ ਮੇਰੀ ਗੱਲ ਹੋਈ। ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੇ ਨਾਲ ਮੇਰੀ ਕੀ ਗੱਲਬਾਤ ਹੋਈ ਤੁਹਾਡੇ ਸਾਰਿਆਂ ਦੇ ਸਾਹਮਣੇ ਜੱਗ ਜ਼ਾਹਿਰ ਹੋਏਗੀ, ਕਿਉਂਕਿ ਉਹ ਸਾਰਾ ਕੰਪਿਊਟਰ ਦਾ ਸਾਰਾ ਸਟੂਡੀਓ ਸੈਟਅਪ ਉਹਨਾਂ ਨੇ ਆਪ ਲਗਵਾਇਆ ਸੀ। ਤੇ ਉਸ ਸਿੰਘ ਸਾਹਿਬਾਨ ਨੂੰ ਇਹਨਾਂ ਨੇ ਮਤਲਬ ਤਕਰੀਬਨ 40 ਸਾਲ ਉਹਨਾਂ ਨੇ ਗੁਰੂ ਰਾਮਦਾਸ ਦੇ ਦਰ ਦੇ ਉੱਤੇ ਸੇਵਾ ਨਿਭਾਈ ਤੇ ਉਹਨਾਂ ਦੇ ਮੱਥੇ ਉੱਤੇ ਕਲੰਕ ਆਹੀ ਜਿਹੜੇ 328 ਸਰੂਪ ਹੈ ਹੀ ਨਹੀਂ ਸੀ, ਉਹਦਾ ਲਾ ਕੇ ਉਹਨਾਂ ਨੂੰ ਸੇਵਾ ਮੁਕਤ ਕਰਤਾ ਤੇ ਕੋਈ ਫੰਡ ਨਹੀਂ ਦਿੱਤਾ। ਉਹਨਾਂ ਦੇ ਸਾਹਮਣੇ ਇਹ ਚੀਜ਼ ਡਿਜੀਟਲ ਕਰਵਾਈ ਗਈ ਸੀ। ਉਹਨਾਂ ਨੇ ਸੈਟਅਪ ਸਾਰਾ ਲਵਾਇਆ ਸੀ। ਉਹਨਾਂ ਨੇ ਕਨਫਰਮ ਕੀਤਾ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਡਿਜੀਟਲ ਹੋਈ ਸੀ। ਉਹਨਾਂ ਨੇ ਹੀ ਕਨਫਰਮੇਸ਼ਨ ਦਿੱਤੀ ਹੈ ਕਿ 2016 ਤੱਕ ਖਰੜੇ ਹੱਥ ਲਿਖਤ ਸਰੂਪ ਜਿਹਦੇ ਉੱਤੇ ਗੁਰੂ ਸਾਹਿਬ ਦੇ ਸਿਗਨੇਚਰ ਸੀਗੇ, ਉਹ ਸਰੂਪ ਵੀ ਸਾਰੇ ਪਏ ਹੋਏ ਸੀ। ਦਿਖਾਣ ਸੰਗਤ ਦੀ ਕਚਹਿਰੀ ਦੇ ਵਿੱਚ ਸੋਨੇ ਦੇ ਜਿਹੜੇ ਮਤਲਬ ਗਮਲੇ ਲਿਆ ਕੇ ਸੰਗਤ ਨੇ ਰੱਖੇ ਸੀਗੇ ਕਰੋੜਾਂ ਦੇ, ਉਹ ਤਾਂ ਜਦੋਂ ਮੈਂ ਬੋਲਣਾ ਸ਼ੁਰੂ ਕੀਤਾ ਫੇਰ ਲਿਆ ਕੇ ਇਹਨਾਂ ਨੇ ਰੱਖਿਆ ਆ ਉੱਥੇ। ਤੇ ਹੋਰ ਇਹ ਕੀ ਕਰਨਗੇ? ਠੀਕ ਹੈ, ਉਸ ਜਿਹਦੀ ਕਲਸ਼ ਦੀ ਅਸੀਂ ਗੱਲ ਕਰਦੇ ਹਾਂ, ਉਹ ਕਲਸ਼ ਦਾ ਤੁਸੀਂ ਦੇਖ ਲਓ ਇਹਨਾਂ ਨੇ ਕੀ ਸਿਆਪਾ ਪਾਇਆ ਹੈ। ਤੇ ਮੈਨੂੰ ਕਹਿਣਗੇ ਕਿ ਹਾਂ ਸੈਣੀ ਗਲਤ ਆ, ਨਵਾਂ ਕਲਸ਼ ਕਿਉਂ ਲਿਆ ਕੇ ਰੱਖਿਆ ਆਲਮਗੀਰ ਸਾਹਿਬ ਤੁਸੀਂ? ਪੁਰਾਣਾ ਕਲਸ਼ ਕਿੱਥੇ ਆ? ਪੁਰਾਣਾ ਕਲਸ਼ ਸਾਫ਼ ਪਤਾ ਲੱਗਦਾ ਫੋਟੋਆਂ ਦੇ ਵਿੱਚ ਬਹੁਤ ਠੋਸ ਹੈ। ਨਾਲੇ ਉੱਥੇ ਦੀ ਸੰਗਤ ਦੱਸਦੀ ਹੈ ਕਿ ਅਸੀਂ ਹੱਥੀਂ ਮੀਨਾਕਾਰੀ ਕਰਵਾਈ ਹੈ ਉਸ 'ਤੇ। ਜਿਹੜਾ ਨਵਾਂ ਤੁਸੀਂ ਪੱਤਰਾ ਜਿਹਾ ਲਿਆ ਕੇ ਰੱਖਤਾ ਆ, ਉੱਤੇ ਛਤਰ ਜਿਹੇ ਲਟਕਦੇ ਪਏ ਆ, ਉਹ ਤਾਂ ਕਲਸ਼ ਹੈ ਹੀ ਨਹੀਂ। ਉਹ ਜਵਾਬਦਾਰੀ ਕੌਣ ਦੇਊਗਾ? ਧਾਮੀ ਸਾਹਿਬ ਤੁਸੀਂ ਦੇਣੀ ਆ। ਮੰਨਿਆ ਨਵੰਬਰ ਦੇ ਵਿੱਚ ਤੁਸੀਂ ਨਿਕਲ ਜਾਣਾ ਆ ਪਤਲੀ ਗਲੀ ਤੋਂ, ਪਰ ਜਵਾਬਦਾਰੀ ਦੇਣੀ ਪੈਣੀ ਹੈ। ਮੈਂ ਤੁਹਾਨੂੰ ਕਹਿਣਾ ਵੀ ਹੁਸ਼ਿਆਰਪੁਰ ਦਾ ਨਾਮ ਬਦਨਾਮ ਨਾ ਕਰੋ। ਤੇ ਸਭ ਤੋਂ ਵੱਧ ਤਾਂ ਫਿਲਹਾਲ ਮੈਂ ਹੀ ਲੱਗਿਆ ਆ ਕਰਨ ਵਾਸਤੇ, ਕਿਉਂਕਿ ਤੁਹਾਡਾ ਨਾਮ ਮੈਨੂੰ ਹਰ ਵਾਰ ਲੈਣਾ ਪੈਂਦਾ ਤੇ ਬੇਨਤੀ ਕਰਨੀ ਪੈਂਦੀ ਹੈ, ਧਾਮੀ ਸਾਹਿਬ ਸ਼ਰਮ ਨੂੰ ਹੱਥ ਮਾਰ ਲਓ, ਧਾਮੀ ਸਾਹਿਬ ਜ਼ਮੀਰ ਜਗਾ ਲਓ। ਖੈਰ, ਉਸ ਤੋਂ ਬਾਅਦ ਅੱਗੇ ਆ ਜਾਓ ਜੀ। ਸ਼੍ਰੋਮਣੀ ਕਮੇਟੀ ਦਾ ਨਵਾਂ ਕਾਰਨਾਮਾ ਆ ਦੇਖ ਲਓ ਇੱਕ ਵਾਰ। ਠੀਕ ਹੈ ਜੀ, ਪੜ੍ਹ ਕੇ ਮੈਂ ਦੱਸ ਦੇਣਾ। ਸ਼੍ਰੋਮਣੀ ਕਮੇਟੀ ਦਾ ਨਵਾਂ ਕਾਰਨਾਮਾ। ਬੇਅਦਬੀ ਦੇ ਦੋਸ਼ੀ ਨੂੰ ਲਾਇਆ ਧਰਮ ਪ੍ਰਚਾਰ ਕਮੇਟੀ ਦਾ ਇੰਚਾਰਜ। ਮੈਂ ਥੋੜ੍ਹਾ ਜਿਹਾ ਵੱਡਾ ਕਰਕੇ ਪੜ੍ਹਨ ਦੀ ਕੋਸ਼ਿਸ਼ ਕਰਦਾ ਹਾਂ। ਠੀਕ ਹੈ ਨਾ। ਸ਼੍ਰੀ ਗੰਗਾਨਗਰ ਸ਼੍ਰੀ ਅੰਮ੍ਰਿਤਸਰ ਸਾਹਿਬ ਸ਼੍ਰੋਮਣੀ ਕਮੇਟੀ ਦੇ ਨਿਤ ਸਿੱਖ ਵਿਰੋਧੀ ਕਾਰਨਾਮਿਆਂ ਕਾਰਨ ਆਮ ਸਿੱਖਾਂ ਵਿੱਚ ਕਿਰਦਾਰ ਲਗਾਤਾਰ ਡਿੱਗਦਾ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਦਾ ਇਸ ਦੀ ਤਾਜ਼ਾ ਮਿਸਾਲ ਸ਼੍ਰੋਮਣੀ ਕਮੇਟੀ ਵੱਲੋਂ ਰਾਜਸਥਾਨ ਵਿੱਚ ਧਰਮ ਪ੍ਰਚਾਰ ਦਾ ਜ਼ਿੰਮਾ
ਜਿਸ ਇਨਸਾਨ ਨੂੰ ਸੌਂਪਿਆ ਗਿਆ ਹੈ ਉਸ ਦੇ ਖਿਲਾਫ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਧੋਖਾਧੜੀ ਵਰਗੇ ਸੰਗੀਨ ਮੁਕੱਦਮੇ ਦਰਜ ਹਨ ਅਤੇ ਜਿਨ੍ਹਾਂ ਉੱਪਰ ਉਹ ਜ਼ਮਾਨਤ ਤੇ ਬਾਹਰ ਹੈ। ਮਤਲਬ ਇੱਥੇ ਮੁਕੱਦਮੇ ਦਰਜ ਨੇ, ਕੇਸ ਚੱਲ ਰਿਹਾ ਹੈ ਤੇ ਜ਼ਮਾਨਤ ਤੇ ਇਹ ਬਾਹਰ ਹੈ। ਠੀਕ ਹੈ ਜੀ। ਇਸ ਸੰਬੰਧੀ ਰਾਜਸਥਾਨ ਦੇ ਸਿੱਖ ਆਗੂ ਪ੍ਰੋਫੈਸਰ ਬਲਜਿੰਦਰ ਸਿੰਘ ਮੁਰਜੰਡ ਨੇ ਜਥੇਦਾਰ ਰਘੁਵੀਰ ਸਿੰਘ ਨੂੰ ਇੱਕ ਚਿੱਠੀ ਲਿਖ ਕੇ ਇਸ ਫੈਸਲੇ ਤੇ ਜਵਾਬਦੇਹੀ ਮੰਗੀ ਹੈ। ਪ੍ਰੋਫੈਸਰ ਮੁਰਜੰਡ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ ਕਿ ਇਸ ਤਰ੍ਹਾਂ ਦੀ ਸਿਆਸੀ ਨਿਯੁਕਤੀ ਕੀਤੀ ਗਈ ਹੈ। ਮਤਲਬ ਸਿਆਸਤ ਤੋਂ ਪ੍ਰਭਾਵਿਤ ਇਹ ਨਿਯੁਕਤੀ ਹੈ। ਇਸ ਦੇ ਰਾਹੀਂ ਪੰਜਾਬ, ਹਰਿਆਣਾ, ਹਿਮਾਚਲ ਅਤੇ ਹੋਰ ਸਟੇਟਾਂ ਵਿੱਚ ਆਪਣੇ ਚਹੇਤੇ ਲੋਕਾਂ ਨੂੰ ਸਿੱਖ ਕੌਮ ਦੇ ਦਸਵੰਧ ਉੱਤੇ ਪਾਲਣਗੇ। ਮਤਲਬ ਓਬਵੀਅਸ ਹੈ ਵੀ ਜਿਹੜੇ ਬੰਦੇ ਜਿੰਨੇ ਕਰਪਟ ਨੇ ਉਹਨਾਂ ਨੂੰ ਉਹਨੇ ਉੱਚੇ ਅਹੁਦੇ, ਉਹ ਤਾਂ ਮੈਂ ਹਰ ਐਪੀਸੋਡ ਤੇ ਬੋਲਦਾ ਹੀ ਹਾਂ, ਉਹਨੇ ਉੱਚੇ ਅਹੁਦੇ ਦੇ ਕੇ ਇਹ ਪਾਲਦੇ ਨੇ, ਮੋਟੀਆਂ ਤਨਖਾਹ ਦੇ ਕੇ, ਗੁੰਡੇ ਇੱਕ ਹਿਸਾਬ ਦੇ ਨਾਲ। ਹੁਣ ਜਿਹਦੇ ਉੱਤੇ ਕੇਸ ਚੱਲ ਰਹੇ ਨੇ, ਜਿਹੜਾ ਜ਼ਮਾਨਤ ਤੇ ਬਾਹਰ ਹੈ, ਉਹਨੂੰ ਧਰਮ ਪ੍ਰਚਾਰ ਕਮੇਟੀ ਦਾ ਪ੍ਰਧਾਨ ਬਣਾ ਦਿੱਤਾ ਗਿਆ। ਖੈਰ ਅੱਗੇ ਪੜ੍ਹਦੇ ਹਾਂ। ਸ਼੍ਰੋਮਣੀ ਕਮੇਟੀ ਜਿਸ ਦੀ ਖੁਦ ਦੀ ਬੁਨਿਆਦ ਖਤਮ ਹੋ ਚੁੱਕੀ ਹੈ, ਉਸ ਕੋਲ ਇਸ ਤਰ੍ਹਾਂ ਦੇ ਫੈਸਲੇ ਲੈਣ ਦੇ ਬੁਨਿਆਦੀ ਹੱਕ ਨਹੀਂ ਹਨ। ਪਰ ਫਿਰ ਵੀ ਕਿੰਨੀ ਬੇਸ਼ਰਮੀ ਨਾਲ ਲਗਾਤਾਰ ਫੈਸਲੇ ਲਏ ਜਾ ਰਹੇ ਹਨ। ਉਹਨਾਂ ਨੇ ਦੋਸ਼ ਲਗਾਇਆ ਕਿ ਇਸ ਹਿਮਾਮ ਵਿੱਚ ਸਭ ਹੀ ਇਸ ਹਿਮਾਮ ਵਿੱਚ ਸਭ ਹੀ ਨੰਗੇ ਹਨ। ਇੱਕ ਕਾਰਪੋਰੇਟ ਬਿਜ਼ਨਸ, ਇਹਨਾਂ ਨੇ ਗੁਰੂ ਘਰਾਂ ਨੂੰ ਇੱਕ ਕਾਰਪੋਰੇਟ ਬਿਜ਼ਨਸ ਵਾਂਗ ਚਲਾ ਰਹੇ ਹਨ, ਜਿਸ ਵਿੱਚ ਵੱਖਰੇ ਵੱਖਰੇ ਇਲਾਕੇ ਦੇ ਬ੍ਰਾਂਚ ਆਫਿਸ ਵੰਡੇ ਜਾ ਰਹੇ ਹਨ। ਮਤਲਬ ਗੁਰੂ ਘਰ ਬ੍ਰਾਂਚ ਆਫਿਸਾਂ ਵਾਂਗ ਵੱਖਰੇ ਵੱਖਰੇ ਇਲਾਕੇ ਦੇ ਅਲੱਗ-ਅਲੱਗ ਵੰਡੇ ਜਾ ਰਹੇ ਹਨ, ਜਿਸ ਵਿੱਚ ਸਿਰਫ ਕਮਾਈ ਦਾ ਲੇਖਾ ਜੋਖਾ ਰੱਖਿਆ ਜਾਂਦਾ ਹੈ। ਉਹਨਾਂ ਦੇ ਪ੍ਰਧਾਨ ਹਰਚਰਨ ਸਿੰਘ, ਨਾਮ ਗਲਤ ਇਸ 'ਚ ਲਿਖਿਆ ਅਖਬਾਰ 'ਚ, ਹਰਚਰਨ ਸਿੰਘ ਧਾਮੀ ਲਿਖਿਆ ਹੈ, ਠੀਕ ਹੈ, ਹਰਜਿੰਦਰ ਸਿੰਘ ਧਾਮੀ, ਜਨਰਲ ਸਕੱਤਰ ਗਰੇਵਾਲ ਅਤੇ ਜਥੇਦਾਰ ਰਘੁਵੀਰ ਸਿੰਘ, ਜਥੇਦਾਰ ਹਰਪ੍ਰੀਤ ਸਿੰਘ ਨੂੰ ਸਵਾਲ ਕੀਤਾ ਕਿ ਪਹਿਲਾਂ ਤੁਸੀਂ ਆਪਣੇ ਇਲਾਕੇ ਵਿੱਚ ਪਤਿਤਪੁਣਾ ਅਤੇ ਨਸ਼ੇ ਨੂੰ ਠੱਲ ਪਾਓ, ਫਿਰ ਪੰਜਾਬ ਤੋਂ ਉਸ ਤੋਂ ਬਾਹਰਲੇ ਸੂਬਿਆਂ ਵੱਲ ਝਾਤ ਮਾਰੋ। ਮਤਲਬ ਆਪਣੇ ਸੂਬੇ ਦਾ ਪਹਿਲਾਂ ਸੁਧਾਰ ਲਓ, ਪਤਿਤਪੁਣਾ ਕਿੰਨਾ ਆ, ਗੁਰਮਤ ਦਾ ਤੁਸੀਂ ਕੀ ਹਾਲ ਕੀਤਾ ਆ, ਤੇ ਨਸ਼ਾ ਕਿੰਨਾ ਆ, ਉਹ ਸਾਫ਼ ਕਹਿ ਰਹੇ ਨੇ। ਪਹਿਲਾਂ ਆਪਣੇ ਇਲਾਕੇ ਸਾਂਭ ਲਓ, ਰਾਜਸਥਾਨ ਵੱਲ ਜਾਂ ਬਾਹਰ ਦੇ ਇਲਾਕਿਆਂ 'ਚ ਫੇਰ ਆਇਓ। ਉਸ ਤੋਂ ਬਾਅਦ ਇਹਨਾਂ ਨੇ ਲਿਖਿਆ ਅੱਗੇ, ਸ਼੍ਰੋਮਣੀ ਕਮੇਟੀ ਦੇ ਬੀਜੇ ਕੰਡੇ ਅੱਜ ਦਿੱਲੀ, ਹਰਿਆਣਾ ਵਿੱਚ ਸਿੱਖਾਂ ਨੂੰ ਵੱਢਣੇ ਪੈ ਰਹੇ ਹਨ। ਉੱਥੇ ਜੱਫੇਮਾਰ ਦੀ ਬਦੌਲਤ ਅੱਜ RSS ਸਿਰ ਤੇ ਚੜੀ ਹੋਈ ਹੈ। ਮਤਲਬ ਜੱਫੇਮਾਰ ਦੀ ਬਦੌਲਤ, ਮਤਲਬ ਸਾਰੇ ਜੱਫੇ ਉਹੀ ਪਾਉਂਦੇ ਨੇ, RSS ਨੇ ਗੁਲਾਮਾਂ 'ਚ ਲਿੱਤੀ ਹੋਈ ਹੈ ਸਾਰੀਆਂ ਸਾਡੀਆਂ ਸੰਸਥਾਵਾਂ। ਉਹੀ ਦੱਸਿਆ, ਰਾਜਸਥਾਨ ਦੀ ਸਿੱਖ ਸੰਗਤ ਜਾਗਰੂਕ ਹੈ ਅਤੇ ਅਸੀਂ RSS ਅਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਕਾਬਜ਼ ਧਿਰ ਦੇ ਹਰ ਇੱਕ ਗਲਤ ਫੈਸਲੇ ਦਾ ਡਟ ਕੇ ਵਿਰੋਧ ਕਰਾਂਗੇ ਅਤੇ ਚੁਣੌਤੀ ਦੇਵਾਂਗੇ। ਹੁਣ ਪਤਾ ਲੱਗ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਫੈਸਲਿਆਂ ਨੂੰ ਕਿਉਂ ਟਿੱਚ ਸਮਝਦੀ ਹੈ ਸੰਗਤ। ਇਸ ਕਰਕੇ ਟਿੱਚ ਸਮਝਦੀ ਹੈ ਕਿਉਂਕਿ ਫੈਸਲੇ ਜਿਹੜੇ ਨੇ ਸਿਆਸਤ ਤੋਂ ਪ੍ਰਭਾਵਿਤ ਨੇ। ਹੁਣ ਧਾਮੀ ਸਾਹਿਬ ਇਹਦੇ ਉੱਤੇ ਤੁਸੀਂ ਕੀ ਕਹੋਗੇ? ਅਖਬਾਰ ਮਤਲਬ ਮੈਂ ਪੜ੍ਹਨ ਦੇ ਵਿੱਚ ਮੈਂ ਬਹੁਤ ਚਸ਼ਮਾ ਵੀ ਨਹੀਂ ਲੱਗਿਆ ਹੋਇਆ ਅਤੇ ਬਹੁਤ ਛੋਟੀ ਕਟਿੰਗ ਸੀਗੀ, ਸੁਣਾਤੀ ਆ, ਨਾਲ ਲਾ ਵੀ ਦੇਣਾ ਆ। ਹੁਣ ਇਹਦਾ ਜਵਾਬ ਧਾਮੀ ਸਾਹਿਬ ਤੁਸੀਂ ਕੀ ਦਿਓਗੇ? ਇੱਕ ਬੰਦਾ ਬੇਅਦਬੀ ਦੇ ਦੋਸ਼ ਨੇ ਜਿਸ ਦੇ ਉੱਤੇ ਕੇਸ ਚੱਲ ਰਿਹਾ ਹੈ, ਉਸ ਨੂੰ ਧਰਮ ਪ੍ਰਚਾਰ ਕਮੇਟੀ ਦਾ ਤੁਸੀਂ ਪ੍ਰਧਾਨ ਕਿੱਦਾਂ ਲਾ ਸਕਦੇ? ਰਾਜਸਥਾਨ ਆ, ਕਿਹੜਾ ਸੰਗਤ ਨੂੰ ਪਤਾ ਲੱਗਣਾ ਆ? ਸੋਨੇ ਦਾ ਕਲਸ਼ ਹੈ, ਕਿਹੜਾ ਸੰਗਤ ਦਾ ਧਿਆਨ ਹੋਣਾ ਕਿਹੜਾ ਸੀਗਾ, ਕਿਹੜਾ ਅਸੀਂ ਲਾਤਾ? ਕਿਹੜਾ ਕਿਸੇ ਨੇ ਜਾ ਕੇ ਕੈਰਟ ਦੇਖਣੇ ਆ ਕਿ 22 ਕੈਰਟ ਆ, 24 ਕੈਰਟ ਆ? ਕਿਹੜਾ ਕਿਸੇ ਨੇ ਦੇਖਣਾ ਆ ਵੀ ਥੱਲੇ ਤਾਂਬਾ ਜੜਿਆ ਆ ਤੇ ਉੱਤੇ ਸਿਰਫ ਪੇਂਟ ਕੀਤਾ ਆ ਸੋਨੇ ਦਾ? ਅਸੀਂ ਕਿਹੜਾ ਕਿਸੇ ਨੂੰ ਇੰਨੀ ਅਥਾਰਟੀ ਦੇਣੀ ਹੈ? ਸੰਗਤ ਤਾਂ ਕਹਿੰਦੀ 18 ਸੇਰ ਦਾ ਭਾਰਾ, ਅਸੀਂ ਮਤਲਬ ਅੰਦਰ ਕੁਛ ਲਾਇਆ ਹੀ ਨਹੀਂ ਸੀ ਤਾਂਬਾ ਤੁੰਬਾ, ਅਸੀਂ ਤਾਂ ਸੋਨਾ, ਖਰੇ ਸੋਨੇ ਦਾ ਚੜਾਇਆ ਸੀ ਕਲਸ਼। ਹੁਣ ਇਹ ਵੀ ਸਾਨੂੰ ਦੇਖਣਾ ਪੈਣਾ ਵੀ ਤੁਸੀਂ ਕਿਹੜੀ ਕਰਤੂਤ ਘੋਲੀ ਆ। ਜ਼ਮੀਨਾਂ ਦੇ ਜਵਾਬ ਦੇ ਦਿਓ, ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਜਵਾਬ ਦੇ ਦਿਓ। ਘਪਲੇਬਾਜ਼ ਗੁਰਾਂ ਵਰਗੇ, ਰਣਜੀਤ ਵਰਗੇ, ਦਿਲਬਾਗ ਵਰਗੇ ਜਾਂ ਚੌਹਾਨ ਕੇ ਵਰਗੇ ਕਿਉਂ ਛਾਤਿਆਂ ਲਾਏ ਆ ਕਰਪਟ, ਉਹਦਾ ਜਵਾਬ ਦੇ ਦਿਓ। ਆ ਵਿਚਾਰੇ 13-14 ਬੇਕਸੂਰ 328 ਸਰੂਪ, ਜਿਹੜਾ 328 ਦਾ ਆਂਕੜਾ ਹੀ ਨਹੀਂ ਹੈਗਾ, ਉਹ ਕਿਉਂ ਬਾਹਰ ਤੋੜਤੇ? ਉਹਨਾਂ ਨੂੰ ਸੇਵਾ ਮੁਕਤ ਕਿਉਂ ਕਰਤਾ?
ਉਹ ਦੱਸ ਦਿਓ ਨਿਸ਼ਾਨ ਸਿੰਘ ਨੂੰ ਇੰਨੀ ਛੇਤੀ ਉਹਦੇ ਫੰਡ ਕਲੀਅਰ ਕਰਕੇ ਘਰੇ ਬਿਠਾਉਣ ਦੀ ਕੀ ਲੋੜ ਸੀ, ਉਹ ਜਵਾਬ ਦੇ ਦਿਓ। ਜਵਾਬ ਤਾਂ ਲਵਾਂਗੇ, ਲਵਾਂਗਾ ਚਾਹੇ ਕੋਰਟ 'ਚ ਲੈਣਾ ਪਵੇ। ਕਾਫਲਾ ਵੱਧ ਰਿਹਾ ਹੈ ਸੰਗਤ ਜੀ, ਤੇ ਬਾਰ-ਬਾਰ ਕਹਿਣਾ ਜਿਹਨਾਂ ਨੇ ਢੇਲਾ ਵੀ ਚੜਾਇਆ ਹੈ ਨਾ ਸੋਨੇ ਦਾ, ਅਗਰ ਉੱਥੇ ਮਤਲਬ 1 ਗ੍ਰਾਮ ਵੀ ਚੜਾਇਆ ਹੈ ਸੋਨੇ ਦਾ, ਹਰ ਕੋਈ ਜਵਾਬ ਮੰਗੂਗਾ ਜੇ ਤੁਸੀਂ ਉਸ ਗੁਰੂ ਰਾਮਦਾਸ ਦੇ ਦਰ ਨੂੰ ਸਮਝਦੇ ਹੋ ਕਿ ਤੁਹਾਡੇ ਪਿਓ ਦਾ ਦਰ ਹੈ ਉਹ। ਜੇ ਗੁਰੂ ਕਲਗੀਧਰ ਦੇ ਪਰਿਵਾਰ ਦੀਆਂ ਕੁਰਬਾਨੀਆਂ ਸਮਝਦੇ ਹੋ ਕਿ ਤੁਹਾਡੇ ਆਪਣੇ ਪਰਿਵਾਰ ਦੀਆਂ ਕੁਰਬਾਨੀਆਂ ਸੀ ਉਹ ਛੋਟੇ ਛੋਟੇ ਸਾਹਿਬਜ਼ਾਦੇ ਦੇ ਤੁਹਾਨੂੰ ਨੀਹਾਂ 'ਚ ਖੜੇ ਦੇਖ ਕੇ ਲੱਗਦਾ ਕਿ ਮੇਰੇ ਆਪਣੇ ਪੁੱਤ ਮੇਰੇ ਭੈਣ ਭਰਾ ਸੀਗੇ ਉਹ। ਜੇ ਚਮਕੌਰ ਦੀ ਗੜੀ ਚੇਤੇ ਆਉਂਦੀ ਹੈ ਤਾਂ ਤੁਹਾਨੂੰ ਲੱਗਦਾ ਕਿ ਮੇਰੇ ਪੁਰਖੇ ਸੀ ਉਹ ਜਿਹੜੇ ਉੱਥੇ ਸ਼ਹੀਦ ਹੋਏ। ਜੇ ਮਾਛੀਵਾੜੇ ਦੇ ਜੰਗਲ ਯਾਦ ਆਉਂਦੇ ਨੇ ਤਾਂ ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਮੇਰੇ ਪਿਓ ਦੇ ਪੈਰਾਂ 'ਚ ਕੰਡੇ ਲੱਗੇ ਸੀ, ਕੰਡਿਆਂ ਦੀ ਸੇਜ 'ਚ ਮੇਰਾ ਪਿਓ ਸੁੱਤਾ ਸੀ। ਫਿਰ ਤੁਸੀਂ ਹਿਸਾਬ ਮੰਗੋਗੇ, ਇਹਨਾਂ ਤੋਂ ਪੁੱਛੋਗੇ। ਪਰ ਜੇ ਤੁਸੀਂ ਸੋਚਦੇ ਹੋ ਕਿ ਘਰਾਂ ਦੇ ਵਿੱਚ ਤੁਹਾਡੀਆਂ ਥਾਲੀਆਂ ਸੱਜੀਆਂ, ਢਿੱਡ ਭਰ ਕੇ ਰੋਟੀ ਖਾ ਰਹੇ ਹੋ, ਸਾਨੂੰ ਕਿਸੇ ਚੀਜ਼ ਦੀ ਘਾਟ ਨਹੀਂ, ਜੋ ਹੁੰਦਾ ਹੈ ਗੁਰੂ ਘਰਾਂ 'ਚ ਹੋਈ ਜਾਵੇ, ਤਾਂ ਫਿਰ ਤੁਹਾਡੇ ਤੋਂ ਵੱਡਾ ਅਕਿਰਤ ਘਣ ਕੋਈ ਨਹੀਂ। ਫਿਰ ਇਹ ਸਮਝ ਲਿਓ ਵੀ ਜਿੱਦਾਂ ਮੱਸੇ ਰੰਗੜ ਨੇ ਕੰਜਰੀਆਂ ਨਚਾਈਆਂ ਸੀ ਨਾ ਦਰਬਾਰ ਸਾਹਿਬ, ਅੱਜ ਉਹੀ ਕੰਮ ਚੱਲ ਰਿਹਾ ਹੈ ਤੇ ਤੁਸੀਂ ਅੱਖਾਂ ਬੰਦ ਕਰੀ ਬੈਠੇ ਹੋ। ਜੱਸਾ ਸਿੰਘ ਮਹਿਤਾਬ ਸਿੰਘ ਬਣਨਾ ਪੈਣਾ ਆ, ਬਣਦੇ ਹੋ, ਚੰਗਾ ਆ, ਜ਼ਮੀਰ ਨੂੰ ਹੱਥ ਮਾਰ ਲਓਗੇ, ਇਤਿਹਾਸ ਲਿਖਿਆ ਜਾ ਰਿਹਾ ਹੈ, ਤੁਹਾਡਾ ਨਾਮ ਵੀ ਹੋ ਸਕਦਾ ਇਤਿਹਾਸ ਵਿੱਚ ਲਿਖਿਆ ਜਾਵੇ। ਪਰ ਜੇ ਤਮਾਸ਼ਾ ਦੇਖੋਗੇ ਕਿ ਕੀ ਹੁੰਦਾ ਆ, ਮੈਨੂੰ ਮੇਰੀ ਕੋਈ ਫਿਕਰ ਨਹੀਂ। ਪਰ ਹਾਂ ਇੰਨਾ ਕਹਿਣਾ, ਜਿਹਨਾਂ ਦੇ ਜ਼ਮੀਰ ਮਰਿਆ, ਜੇ ਕੱਲ ਨੂੰ ਕੁਝ ਹੋ ਗਿਆ ਨਾ ਤਾਂ ਭੋਗ ਤੇ ਆਉਣ ਦੀ ਕਿਰਪਾਲਤਾ ਨਾ ਕਰਨਾ। ਬਸ ਸਾਥ ਦੇਣਾ ਆ ਤਾਂ ਜਿਉਂਦੇ ਜੀ ਦੇ ਲਿਓ। ਦੀਪ ਮੇਰੇ ਬਹੁਤ ਕਲੋਜ਼ ਸੀਗਾ, ਉਹ ਇੱਕ ਗੱਲ ਖਰੀ ਕਹਿੰਦਾ ਸੀਗਾ, ਪਰ ਜਿਉਂਦੇ ਜੀ ਉਹਦੀ ਕਿੰਨਿਆਂ ਨੇ ਕਿੰਨੀ ਕਦਰ ਕੀਤੀ ਤੇ ਕਿੰਨਿਆਂ ਨੇ ਉਹਦਾ ਕਿੰਨਾ ਫਾਇਦਾ ਚੱਕਿਆ ਆ, ਬਹੁਤ ਦੁਨੀਆ ਜਾਣਦੀ ਹੈ। ਚਿੱਟੇ ਖੋਲ੍ਹਣੇ ਹੁਣ ਉਹ ਵੀ ਖੋਲ੍ਹ ਸਕਦੇ ਆ, ਉਹਦੇ ਪਰਿਵਾਰ ਤੋਂ ਲੈ ਕੇ ਯਾਰਾਂ ਦੋਸਤਾਂ ਤੱਕ ਦੇ। ਪਰ ਉਹਦੇ ਭੋਗ ਤੇ ਸਾਰੇ ਰੋਟੀਆਂ ਸੇਕ ਕੇ ਗਏ, ਬਹੁਤਾਤ, ਸਾਰੇ ਨਹੀਂ, ਕਈ ਬਹੁਤ ਦਿਲੋਂ ਉਹਨੂੰ ਪਿਆਰ ਕਰਦੇ ਸੀ, ਜਿਹੜੇ ਅੱਜ ਵੀ ਕਰਦੇ ਨੇ। ਦੀਪ ਦੀ ਗੱਲ ਆਉਂਦੀ ਜਾਣੀ ਦੀਆਂ ਅੱਖਾਂ ਭਰ ਆਉਂਦੀਆਂ ਨੇ। ਮੂਸੇਵਾਲੇ ਨੂੰ ਮੈਂ ਕਦੀ ਨਹੀਂ ਮਿਲਿਆ ਜ਼ਿੰਦਗੀ 'ਚ, ਉਹਨੂੰ ਸੁਣਿਆ ਨਹੀਂ, ਮੈਂ ਗਾਣੇ ਨਹੀਂ ਸੁਣਦਾ। SYL ਉਹਦਾ ਮੈਂ ਪਹਿਲਾ ਸੌਂਗ ਸੁਣਿਆ, ਉਸ ਤੋਂ ਬਾਅਦ 295 ਮੈਂ ਸੁਣਿਆ ਸੀ, ਨਹੀਂ ਸੁਣਿਆ ਉਸ ਤੋਂ ਬਾਅਦ, ਬਿਜ਼ੀ ਸ਼ੈਡਿਊਲ ਬਹੁਤ ਸੀਗਾ। ਪਰ ਹੁਣ ਜਦੋਂ ਲੱਗੀ ਹੈ ਤਾਂ ਅਹਿਸਾਸ ਹੁੰਦਾ ਵੀ ਉਹ ਕੀ ਚੀਜ਼ ਸੀ, ਰੱਬ ਨੇ ਉਹਨੂੰ ਕਲਮ ਕਿੰਨੀ ਵਧੀਆ ਦਿੱਤੀ ਸੀ। ਸੰਦੀਪ ਨੰਗਲ ਅੰਬੀਆ ਦਾ ਕਤਲ ਹੁੰਦਾ ਹੈ, ਸਾਡੀ ਨੌਜਵਾਨੀ, ਸਾਡੀ ਸਿਹਤ, ਸਾਡੀ ਖੇਡ ਮਾਰੀ ਜਾਂਦੀ ਹੈ। ਦੀਪ ਸਿੱਧੂ ਦਾ ਕਤਲ ਹੁੰਦਾ ਹੈ, ਗਿਆਨ ਸਾਡਾ ਜਿਹੜਾ ਟੇਬਲ ਤੇ ਬਹਿ ਕੇ ਹਰ ਕਿਸੇ ਨੂੰ ਚੈਲੰਜ ਕਰਦਾ ਸੀ, ਆਓ ਸਾਡੇ ਸਿਧਾਂਤ, ਉਹਦਾ ਕਤਲ ਕੀਤਾ ਜਾਂਦਾ ਹੈ। ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ, ਸਾਡੀ ਕਲਮ ਤੋੜ ਦਿੱਤੀ ਜਾਂਦੀ ਹੈ। ਫਿਰ ਵੀ ਇੰਤਜ਼ਾਰ ਕਰਦੇ ਹੋ, ਕਾਹਦਾ ਇੰਤਜ਼ਾਰ ਕਰ ਰਹੇ ਹੋ? ਫਿਰ ਭੋਗਾਂ ਤੇ ਘੱਟ ਨਾ ਕਰਿਆ ਕਰੋ। ਤੁਹਾਡਾ ਉਹੀ ਹਾਲ ਹੈ, ਭਗਤ ਸਿੰਘ ਜੰਮੇ ਸਹੀ, ਹੋਵੇ ਜ਼ਰੂਰ, ਗਵਾਂਢੀਆਂ ਦੇ ਹੋਵੇ, ਮੇਰੇ ਘਰ 'ਚ ਨਾ ਹੋਵੇ। ਜੇ ਇਹ ਸੋਚ ਰੱਖ ਕੇ ਬੈਠੇ ਆ ਫਿਰ ਬੈਠੇ ਰਹੋ, ਗੁਰੂ ਰਾਮਦਾਸ ਆਪੇ ਭਲੀ ਕਰੂ। ਖੈਰ ਸੰਗਤ ਜੀ, ਪ੍ਰੋਗਰਾਮ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ, ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ। ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਵਿਅਕਤ ਕਰਿਆ ਕਰੋ। ਤੁਹਾਡੀ ਬਹੁਤ ਲੋੜ ਆ ਹੁਣ ਮੈਨੂੰ। ਕੇਸ ਚੱਲ ਰਹੇ ਨੇ, ਜੱਜਾਂ ਦੇ ਉੱਤੇ ਮੈਨੂੰ ਪੂਰਾ ਭਰੋਸਾ ਆ। ਮੈਨੂੰ ਜੋ ਵੀ ਫੈਸਲਾ ਹੋਗਾ ਸਿਰ ਮੱਥੇ ਪ੍ਰਵਾਨ ਹੋਗਾ। ਸਾਨੂੰ ਪਤਾ ਹੈ ਵੀ ਸਾਡੇ ਵਕੀਲ ਸਾਹਿਬਾਨ, ਜੱਜ ਸਾਹਿਬਾਨ ਹਰ ਚੀਜ਼ ਦਾ ਜੋ ਵੀ ਫੈਸਲਾ ਲੈਣਗੇ ਉਹ ਕਾਨੂੰਨ ਨੂੰ ਧਿਆਨ ਦੇ ਵਿੱਚ ਰੱਖ ਕੇ, ਜੋ ਸੱਚਾਈ ਹੈ, ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰਕੇ ਲੈਣਗੇ। ਕਿਉਂਕਿ ਇਹ ਕਿਸੇ ਵਿਅਕਤੀ ਵਿਸ਼ੇਸ਼ ਦੀ ਗੱਲ ਨਹੀਂ ਹੈ, ਇਹ ਸਾਰੀ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਦੇ ਨਾਲ ਜੁੜਿਆ ਹੋਇਆ ਮਸਲਾ ਹੈ। ਤੇ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਸੱਚਾਈ ਤੇ ਇਮਾਨਦਾਰੀ ਦੇ ਨਾਲ ਉਸ ਰੱਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਹੀ ਅਸੀਂ ਫੈਸਲੇ ਲੈਵਾਂਗੇ। ਸੋ ਭਰੋਸਾ ਉਹਨਾਂ ਤੇ ਦਿਓ ਇਜਾਜ਼ਤ, ਬਣੇ ਰਹੋ ਇੱਦਾਂ ਹੀ। ਸੱਚ ਨੂੰ ਸੱਚ, ਝੂਠ ਨੂੰ ਝੂਠ ਕਹਿਣ ਦੀ ਹਿੰਮਤ ਰੱਖੋ, ਗਲਤ ਨੂੰ ਗਲਤ, ਸਹੀ ਨੂੰ ਸਹੀ ਕਹਿਣ ਦੀ ਤੜ ਰੱਖੋ। ਗੁਰੂ ਘਰਾਂ ਦੇ ਵਿੱਚ ਜਦੋਂ ਵੀ ਜਾਂਦੇ ਹੋ, ਅਸੀਂ ਗੁਰੂ ਘਰ ਤੋਂ ਨਹੀਂ ਟੁੱਟਣਾ। ਹਦੂਦ ਦੇ ਅੰਦਰ, ਚਾਹੇ ਕੋਈ ਗਾਤਰੇ ਚੋਲੇ ਵਾਲਾ ਕਿਸੇ ਧੀ ਭੈਣ ਨਾਲ ਬਦਤਮੀਜ਼ੀ ਕਰਦਾ ਹੈ, ਕੋਈ ਵੀ ਮਰਿਆਦਾ ਤੋਂ ਬਾਹਰ ਜਾ ਕੇ ਗੱਲ ਕਰਦਾ ਹੈ, ਤੁਹਾਡੇ ਨਾਲ ਮੈਂ ਹਮੇਸ਼ਾ ਕਹਿੰਦਾ ਪਹਿਲਾਂ ਚਪੇੜ ਮਾਰੋ ਤੇ ਉਸ ਤੋਂ ਬਾਅਦ ਗੱਲ ਕਰੋ। ਇਹ ਤਾਂ ਸੂਟ ਆਣੇ ਆ। ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।